ਸਭ ਤੋਂ ਪਹਿਲੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਆ ਫਾਇਦੇ ਗਿਣਾਣ ਕਿਹੜੇ ਫਾਇਦੇ ਔਰ ਉਸ ਤੋਂ ਵੀ ਪਹਿਲੇ ਕਿ ਕੀ ਇਹ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਆ ਇਸ ਵਿਸ਼ੇ ਉੱਤੇ ਕਾਨੂੰਨ ਬਣਾ ਸਕਦੀ ਸੀ। ਹੁਣ ਇਹਨਾਂ ਨੇ ਲੋਕਾਂ ਨੂੰ ਚਕਮਾ ਦੇਣ ਦੇ ਲਈ ਕਹਿਤਾ ਕਿ ਅਸੀਂ ਇੱਕ ਐਕਟ ਬਣਾਇਆ ਹੈ ਜਿਹਦੇ ਅਧੀਨ ਫਾਰਮਰਸ ਔਰ ਵਪਾਰੀ ਕੰਟਰੈਕਟ ਕਰ ਸਕਦੇ ਆ। ਇਹ ਤਾਂ ਆਲਰੇਡੀ ਕਰ ਸਕਦੇ ਸੀਗੇ, ਹੁਣ ਇਹ ਬਣਾਇਆ ਐਕਟ ਕਿਉਂ ਆ? ਕਿਉਂਕਿ ਇਹਨਾਂ ਨੇ ਉਹ ਵਾਲੀਆਂ ਪ੍ਰੋਵੀਜ਼ਨਸ ਵਿੱਚੋਂ ਬਾਹਰ ਕੱਢਣੀਆਂ ਸੀਗੀਆਂ ਕਿ ਤੁਸੀਂ ਕੋਰਟ ਨਹੀਂ ਜਾ ਸਕਦੇ, ਤੁਸੀਂ ਕੋਰਟ 'ਚੋਂ ਡਾਇਰੈਕਸ਼ਨ ਨਹੀਂ ਲੈ ਸਕਦੇ। ਸਾਡੀ ਐਕਟ ਦੇ ਵਿੱਚ ਜਿਹੜਾ ਸਟੇਟ ਐਕਟ ਹੈ ਉਹ ਕਿਸੇ ਚੀਜ਼ ਨੂੰ ਅਫੈਂਸ ਕਹਿੰਦਾ ਹੈ ਤੇ ਇਹ ਆਪਣੇ ਐਕਟ ਵਿੱਚ ਉਹ ਅਫੈਂਸ ਕਰਨ ਦੇ ਹੀ ਲੋਕਾਂ ਨੂੰ ਉਕਸਾ ਰਹੇ ਆ। ਸੋ ਦਿਸ ਇਜ਼ ਅਬੈਟਮੈਂਟ ਆਫ ਅਫੈਂਸ। ਜਿੱਦਾਂ ਕਿ ਜਿਹੜਾ ਸਾਡਾ ਪੰਜਾਬ ਦਾ 1961 ਦਾ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਕੋਈ ਵੀ ਵਪਾਰੀ ਕਿਸੇ ਵੀ ਜਿਹੜਾ ਪ੍ਰੋਡਿਊਸਰ ਹੈ ਫਸਲ ਦਾ ਉਹ ਤੋਂ APMC ਮੰਡੀ ਤੋਂ ਬਾਹਰ ਫਸਲ ਨਹੀਂ ਚੱਕ ਸਕਦਾ। ਜੇ ਚੱਕੇਗਾ ਤੇ ਉਹ ਅਫੈਂਸ ਹੈ ਔਰ ਉਹ ਅਫੈਂਸ ਦੀ ਬਕਾਇਦਾ ਕੈਦ ਹੈ ਔਰ ਜੁਰਮਾਨਾ ਹੈ। ਪਰ ਇਹ ਜਿਹੜੇ ਐਕਟ ਹੈਗੇ ਆ ਇਹ ਕਹਿੰਦੇ ਆ ਸੈਂਟਰ ਗਵਰਨਮੈਂਟ ਦੇ ਜਿਹੜੇ ਗੈਰ ਕਾਨੂੰਨੀ ਐਕਟ ਹੈ ਇਹ ਕਹਿੰਦਾ ਹੈ ਕਿ ਜਿਹੜਾ ਵਪਾਰੀ ਹੈਗਾ ਹੈ ਉਹ ਕਿਸਾਨ ਤੋਂ ਮੰਡੀ ਤੋਂ ਪ੍ਰੋਡਿਊਸਰ ਤੋਂ ਕਿਸਾਨ ਤੋਂ APMC ਮੰਡੀ ਤੋਂ ਬਾਹਰ ਵੀ ਫਸਲ ਚੱਕ ਸਕਦਾ ਹੈ। ਤੇ ਜੇ ਸਾਡੀ ਜੁਡੀਸ਼ਰੀ ਦਾ ਕੋਈ ਥੋੜਾ ਬਹੁਤ ਜ਼ਮੀਰ ਹੁੰਦਾ ਤੇ ਜਿੱਦਨ ਨੇ ਬਿੱਲ ਪਾਸ ਹੋ ਕੇ ਕਾਨੂੰਨ ਬਣੇ ਹੈ ਜੁਡੀਸ਼ਰੀ ਨੂੰ ਚਾਹੀਦਾ ਸੀ ਉਦੋਂ ਹੀ ਇਹਨਾਂ ਨੂੰ ਜਿਹੜਾ ਹੈ ਇਹ ਡਿਕਲੇਅਰ ਕਰਦੀ ਕਿ ਦੇ ਆਰ ਅਗੇਂਸਟ ਦੀ ਕਨਸਟੀਟਿਊਸ਼ਨ। ਕਿਸਾਨ ਅੰਦੋਲਨ ਦੀਆਂ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਪਿੱਛੇ ਜੇ 2 ਦਿਨ ਪਹਿਲੇ ਇੱਕ ਵੀਡੀਓ ਅਕਾਲ ਚੈਨਲ ਵੱਲੋਂ ਪੇਸ਼ ਕੀਤੀ ਗਈ ਸੀਗੀ, ਤੁਹਾਡੇ ਦਰਸ਼ਕਾਂ ਤੱਕ ਪਹੁੰਚਾਈ ਗਈ ਸੀਗੀ, ਜਿਸ ਦੇ ਵਿੱਚ ਉਹ ਸੀਗਾ ਕਿ SP ਦਾ ਅਹੁਦਾ ਛੱਡ ਇੱਕ ਜਿਹੜੀ ਭੈਣ ਹੈਗੀ ਆ ਉਹ ਇੱਥੇ ਕਿਸਾਨ ਮੋਰਚੇ ਦੇ ਵਿੱਚ ਪਹੁੰਚੀ ਹੈਗੀ ਆ। ਸੋ ਭੈਣ ਸਾਡੇ ਨਾਲ ਮੌਜੂਦ ਹੈਗੀ, ਅੱਜ ਫੇਰ ਉਹ ਆਏ ਸੀਗੇ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਇਹਨਾਂ ਦਾ ਨਾਮ ਹੈ ਐਡਵੋਕੇਟ ਕਰੁਣਾਜੀਤ ਕੌਰ। ਆਓ ਇਹਨਾਂ ਦੇ ਨਾਲ ਜੁੜਦੇ ਹਾਂ, ਗੱਲਬਾਤ ਕਰਦੇ ਹਾਂ ਜੀ, ਗੁਰਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਹਾਡਾ ਸਵਾਗਤ ਹੈ ਅਕਾਲ ਚੈਨਲ ਤੇ। ਤੁਹਾਡੀ ਪਿਛਲੀ ਇੱਕ ਵੀਡੀਓ ਅਸੀਂ ਪਾਈ ਸੀ ਜਿਹਨੂੰ ਲੱਖਾਂ ਦੇ ਵਿੱਚ 3 ਲੱਖ ਤੋਂ ਵੱਧ ਲੋਕਾਂ ਨੇ ਅਕਾਲ ਚੈਨਲ ਦੇ YouTube ਪਲੇਟਫਾਰਮ ਤੇ ਦੇਖਿਆ, TV ਤੇ ਅਕਾਲ ਚੈਨਲ ਤੇ ਰਾਹੀਂ ਸਾਰਾ ਦੇਖਿਆ ਹੈਗਾ। ਅੱਜ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਕਿਉਂਕਿ ਉਹ ਵੀਡੀਓ ਕਾਫੀ ਜ਼ਿਆਦਾ ਤੁਹਾਡੀ ਜਿਹੜੀ ਕਾਫੀ ਜ਼ਿਆਦਾ ਲੋਕਾਂ ਤੱਕ ਪਹੁੰਚੀ ਸੀਗੀ, ਹੋਰ ਪਲੇਟਫਾਰਮਾਂ ਤੋਂ ਵੀ ਕਾਫੀ ਜਗ੍ਹਾ ਪਹੁੰਚੀ ਸੀਗੀ। ਤੁਹਾਡੇ ਬਾਰੇ ਥੋੜਾ ਜਿਹਾ ਹੁਣ ਲੋਕਾਂ ਨੂੰ ਇੱਕ ਉਤਸੁਕਤਾ ਹੋ ਰਹੀ ਹੈ ਜਾਣ ਲਈ ਕਿ ਐਡਵੋਕੇਟ ਕਰੁਣਾਜੀਤ ਕੌਰ ਐਡਵੋਕੇਟ ਕਿੱਦਾਂ ਬਣੀ, ਪਹਿਲੇ ਇਹ ਕੌਣ ਸੀ? ਥੋੜਾ ਜਿਹਾ ਆਪਣਾ ਇੰਟਰੋਡਕਸ਼ਨ ਸ਼ਾਰਟ ਦੇ ਵਿੱਚ ਤੁਸੀਂ ਜ਼ਰੂਰ ਦੇ ਦਿਓ ਜੀ। ਸਭ ਤੋਂ ਪਹਿਲੇ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਜਿੰਨੇ ਵੀ ਵਿਊਅਰਸ ਹੈਗੇ ਆ ਉਹ ਸਭ ਨੂੰ ਬਹੁਤ ਹੀ ਸਿਰ ਝੁਕਾ ਕੇ ਸ਼ੁਕਰੀਆ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ। ਮੇਰਾ ਨਾਮ ਕਰੁਣਾਜੀਤ ਕੌਰ ਹੈ ਔਰ ਮੈਂ ਪਹਿਲੇ ਇੰਡੋ ਤਿੱਬਤ ਬਾਰਡਰ ਪੁਲਿਸ ਫੋਰਸ ਦੇ ਵਿੱਚ ਐਜ਼ ਅ ਡਿਪਟੀ ਕਮਾਂਡੈਂਟ ਤਾਇਨਾਤ ਸੀ ਤੇ ਉੱਥੇ ਮੇਰੇ ਉੱਪਰ ਸੈਕਚੁਅਲ ਅਸੌਲਟ ਹੋਇਆ ਸੀਗਾ ਇੰਡੋ ਚਾਈਨਾ ਬਾਰਡਰ ਦੇ ਉੱਤੇ ਔਰ ਸਾਡੇ ਹੀ ਇੱਕ ਸਿਪਾਹੀ ਨੇ ਕੀਤਾ ਸੀਗਾ। ਮੈਂ ਆਊਟ ਆਫ ਪ੍ਰੋਟੈਸਟ ਰਿਜ਼ਾਈਨ ਕਰਤਾ ਸੀਗਾ ਅਕਤੂਬਰ 2019 ਦੇ ਵਿੱਚ ਕਿਉਂਕਿ ਡਿਪਾਰਟਮੈਂਟ ਨੇ ਇਸ ਮੈਟਰ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਔਰ ਅੱਜ ਕੱਲ੍ਹ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਹੀ ਹਾਂ ਔਰ ਜਿੱਥੇ ਤੱਕ ਮੋਰਚੇ 'ਤੇ ਆਉਣ ਦੀ ਗੱਲ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਮੇਰਾ ਫਰਜ਼ ਹੈ। ਇਹ ਜਿਹੜੀ ਸਾਡੀ ਧਰਤੀ ਹੈਗੀ ਹੈ, ਸਾਡੀ ਮਾਂ ਹੈਗੀ ਹੈ, ਇਹ ਉਹਦਾ ਕਰਜ਼ ਦੇਣ ਦਾ ਟਾਈਮ ਆਇਆ ਹੋਇਆ ਹੈ ਤੇ ਇਸ ਕਰਕੇ ਇਸੀ ਕੋਸ਼ਿਸ਼ ਦੇ ਵਿੱਚ ਮੈਂ ਇੱਥੇ ਆਉਂਦੀ ਹਾਂ। ਲਗਾਤਾਰ ਜੇ ਗੱਲ ਕਰੀਏ ਤਾਂ ਕਿਸਾਨੀ ਬਿੱਲਾਂ ਦੇ ਉੱਪਰ ਜੇ ਤੁਸੀਂ ਇੱਥੇ ਕੋਈ ਵੀ ਆਉਂਦੇ ਆ ਬਹੁਤਾਤ ਆਪਾਂ ਦੇਖਿਆ ਹੁੰਦਾ ਹੈ ਕਿ ਉਹਨਾਂ ਨੂੰ ਕਿਸਾਨੀ ਬਿੱਲਾਂ ਦੇ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ, ਜਾਣਕਾਰੀ ਹੁੰਦੀ ਵੀ ਹੈ। ਜਿਹੜੇ ਮਤਲਬ ਆਊਟ ਆਫ ਜਿਹੜੇ ਫਾਰਮਰਸ ਸਾਈਡ ਤੋਂ ਮਤਲਬ ਬਿਲੋਂਗ ਕਰਦੇ ਨੇ, ਆਪਾਂ ਉਹਨਾਂ ਦੀ ਗੱਲ ਕਰੀਏ ਮੀਡੀਆ ਦੇ ਵਿੱਚ ਵੀ ਖਾਸ ਤੌਰ ਤੇ ਨਾ ਦੇਖਿਆ ਜਾਂਦਾ ਹੈ ਕਿ ਕੁਝ ਸਰਕਾਰੀ ਪੱਤਰਕਾਰ ਜਿਹੜੇ ਹੁੰਦੇ ਆ ਨਾ ਜਾਣ ਕੇ ਕਿਸੇ ਮੂਵਮੈਂਟ ਨੂੰ ਖਰਾਬ ਕਰਨ ਵਾਸਤੇ ਵਿੱਚ ਵੜ ਜਾਂਦੇ ਨੇ ਤੇ ਐਵੇਂ ਤੈਵੇਂ ਕੁਝ ਜਿਹੜੇ ਬੰਦੇ ਜਿਹੜੇ ਬਜ਼ੁਰਗ ਹੁੰਦੇ ਆ ਜਿਨ੍ਹਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੁੰਦੀ ਉਹਨਾਂ ਨੂੰ ਫੜ ਕੇ ਤੇ ਪੁੱਛ ਲੈਂਦੇ ਤੁਹਾਨੂੰ ਪਤਾ ਤੁਸੀਂ ਕਾਹਦੇ ਲਈ ਆਏ ਹੋ। ਇੱਦਾਂ ਮੂਵਮੈਂਟ ਨੂੰ ਖਰਾਬ ਕੀਤਾ ਜਾਂਦਾ। ਤੁਸੀਂ ਇੱਕ ਪੜ੍ਹੇ ਲਿਖੇ ਵਕੀਲ ਹੋ, SP ਦੇ ਲੈਵਲ ਦਾ ਅਹੁਦਾ ਤੁਹਾਡੇ ਕੋਲ ਸੀਗਾ, ਤੁਸੀਂ ਭਾਵੇਂ ਉਹਨੂੰ ਛੱਡ ਕੇ ਆਏ ਹੋ ਉਹਨਾਂ ਕਾਰਨਾਂ ਕਰਕੇ। ਕੀ ਤੁਸੀਂ ਇਹਨਾਂ ਲਾਜ਼ ਨੂੰ ਪੜ੍ਹਿਆ ਹੈ? ਕਿ ਤੁਸੀਂ ਇਹਨਾਂ ਦੀ ਜਾਣਕਾਰੀ ਰੱਖਦੇ ਹੋ? ਜੀ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਔਰ ਮੈਂ ਜਿੱਦਣ ਬੋਲਣ ਆਉਂਦੀ ਹਾਂ ਸਟੇਜ 'ਤੇ ਚਾਹੇ ਮੈਨੂੰ 10 ਮਿੰਟ ਲੱਗਦੇ ਆ ਪਰ ਉਹਦੇ ਪਿੱਛੇ ਜਿਹੜੀ ਮਿਹਨਤ ਹੁੰਦੀ ਹੈ ਉਹ ਘੰਟਿਆਂ ਦੀ ਹੁੰਦੀ ਹੈ। ਔਰ ਮੈਨ ਇਜ਼ ਅ ਸਟੂਡੈਂਟ ਥਰੂ ਆਊਟ ਹਿਜ਼ ਲਾਈਫ ਦੇ ਸੇ ਜਿਹੜੀ ਪੜ੍ਹਾਈ ਹੈ ਉਹ ਮੈਂ ਨਹੀਂ ਕਹਿੰਦੀ ਕਿ ਮੈਨੂੰ ਬਹੁਤ ਮੁਹਾਰਤ ਹਾਸਿਲ ਹੋ ਗਈ ਹੈ ਪਰ ਜੋ ਕੁਝ ਵੀ ਥੋੜ੍ਹਾ ਬਹੁਤ ਮੈਨੂੰ ਸਮਝ ਲੱਗਦਾ ਹੈ ਤੇ ਮੈਂ ਸੋਚਦੀ ਹਾਂ ਕਿ ਮੈਂ ਜਾ ਕੇ ਆਪਣੇ ਬਜ਼ੁਰਗਾਂ ਨਾਲ, ਮਾਵਾਂ ਨਾਲ, ਭਾਈਆਂ ਨਾਲ, ਭੈਣਾਂ ਨਾਲ ਉਹਨੂੰ ਸ਼ੇਅਰ ਜ਼ਰੂਰ ਕਰਾਂ ਕਿਉਂਕਿ ਦੇਖੋ ਜਿਹੜੀ ਨੌਲੇਜ ਹੈ ਇਹ ਲਾਈਟ ਹੈ, ਇਹਦੇ ਨਾਲ ਜਿਹੜਾ ਹਨੇਰਾ ਹੈ ਆਪਣੇ ਆਪ ਅਲੋਪ ਹੋ ਜਾਂਦਾ ਹੈ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਸਭਨਾਂ ਨੂੰ ਕਿ ਮੈਂ ਹੁਣ ਟਰਾਲੀ ਟੂ ਟਰਾਲੀ ਵੀ ਜਾਣਾ ਸ਼ੁਰੂ ਕੀਤਾ ਹੈ ਔਰ ਜਾ ਕੇ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ। ਜਿਨ੍ਹਾਂ ਲੋਕਾਂ ਨਾਲ ਵੀ ਮੇਰੀ ਗੱਲ ਹੁੰਦੀ ਹੈ
ਉਹ ਇਹ ਸੰਕਲਪ ਕਰਨ ਕਿ ਘੱਟੋ ਘੱਟ ਅੱਗੇ ਤੋਂ 10 ਲੋਕਾਂ ਨੂੰ ਉਹ ਗੱਲ ਪਹੁੰਚਾਣਗੇ। ਇਸ ਤਰੀਕੇ ਨਾਲ ਨਾ ਦੀਵਾ ਬਲੇਗਾ ਔਰ ਰੋਸ਼ਨੀ ਹੋ ਜਾਏਗੀ। ਜੇ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਮੌਜੂਦਾ ਜਿਹੜੇ 3 ਬਿੱਲਸ ਨੇ ਇਹਦੇ ਕਰਕੇ ਸਰਕਾਰ ਕਹਿੰਦੀ ਹੈ ਕਿ ਇਹ ਫਾਇਦੇ ਵਾਸਤੇ ਨੇ, ਕਿਸਾਨਾਂ ਨੂੰ ਨਵੀਂ ਇਨਕਮ ਜਨਰੇਟ ਹੋ ਸਕਦੀ ਹੈ, ਕਿਸਾਨ ਆਪਣਾ ਜਿਹੜੀ ਫਸਲ ਹੈਗੀ ਹੈ ਇੱਕ ਸਟੇਟ ਤੋਂ ਦੂਸਰੀ ਸਟੇਟ ਦੇ ਵਿੱਚ ਬਾਹਰ ਵੀ ਵੇਚ ਸਕਦੇ ਨੇ, ਉਸ ਤੋਂ ਇਲਾਵਾ ਕਿਸਾਨਾਂ ਦੀ ਇਨਕਮ ਵੱਧ ਸਕਦੀ ਹੈ, ਉਹਨਾਂ ਨੂੰ ਮੀਡੀਏਟਰ ਨਹੀਂ ਪੈਣਗੇ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਇਨਕਮ ਆਟੋਮੈਟਿਕਲੀ ਜਨਰੇਟ ਹੋਏਗੀ। ਤੁਹਾਨੂੰ ਨਹੀਂ ਲੱਗਦਾ ਕਿ ਇਹ ਤਾਂ ਇੱਕ ਪਾਸੇ ਨੂੰ ਸਰਕਾਰ ਜਿਸ ਹਿਸਾਬ ਨਾਲ ਕਹਿ ਰਹੀ ਹੈ ਤਾਂ ਕਿਸਾਨਾਂ ਦੇ ਫਾਇਦੇ ਦੇ ਬਿੱਲ ਨੇ, ਤੁਹਾਨੂੰ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਕਿ ਕੀ ਇਹਦੇ ਵਿੱਚ ਕਿਉਂ ਨੁਕਸਾਨ ਹੈ, ਕਿਉਂ ਤੁਸੀਂ ਇਹਦੇ ਪ੍ਰੋਟੈਸਟ ਤੇ ਆਏ? ਸਭ ਤੋਂ ਪਹਿਲੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੀ ਆ, ਫਾਇਦੇ ਗਿਣਾਣ ਕਿਹੜੇ ਫਾਇਦੇ, ਔਰ ਉਸ ਤੋਂ ਵੀ ਪਹਿਲੇ ਕਿ ਕੀ ਇਹ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਆ ਇਸ ਵਿਸ਼ੇ ਉੱਤੇ ਕਾਨੂੰਨ ਬਣਾ ਸਕਦੀ ਸੀ? ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਚੱਕ ਕੇ ਇਹਨਾਂ ਨੇ ਪਾਸੇ ਰੱਖ ਦਿੱਤਾ ਔਰ ਉਹਦੇ ਤੋਂ ਬਿਨਾਂ ਇਹਨਾਂ ਨੇ ਕਾਨੂੰਨ ਬਣਾਇਆ। ਇਹ ਜਿਹੜੇ ਕਾਨੂੰਨ ਹੈਗੇ ਭਾਰਤ ਦੇ ਸੰਵਿਧਾਨ ਦੇ ਅਗੇਂਸਟ ਹੈਗੇ ਆ। ਕਿੱਦਾਂ ਹੈਗੇ ਅਗੇਂਸਟ ਇਦਾਂ ਹੈਗੇ ਆ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ 3 ਸੂਚੀਆਂ ਦਿੱਤੀਆਂ ਗਈਆਂ ਆ ਜਿਨ੍ਹਾਂ ਦੇ ਵਿੱਚ ਵੱਖਰੇ ਵੱਖਰੇ ਵਿਸ਼ੇ ਦਿੱਤੇ ਗਏ ਹੈ ਔਰ ਇਹ ਦੱਸਿਆ ਗਿਆ ਹੈ ਕਿ ਕਿਹੜੇ ਕਿਹੜੇ ਵਿਸ਼ੇ ਦੇ ਉੱਤੇ ਕਿਹੜੀ ਕਿਹੜੀ ਸੂਚੀ ਦੇ ਉੱਤੇ ਕਿਹੜੀ ਕਿਹੜੀ ਸਰਕਾਰ ਕਾਨੂੰਨ ਬਣਾ ਸਕਦੀ ਹੈ। ਤੇ ਜਿਹੜਾ ਐਗਰੀਕਲਚਰ ਹੈ ਔਰ ਐਗਰੀਕਲਚਰ ਪ੍ਰੋਡਿਊਸ ਦੀ ਮਾਰਕੀਟਿੰਗ ਹੈ ਉਹਦੇ ਉੱਪਰ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਆ ਇਹ ਲੈਜਿਸਲੇਟ ਕਰ ਹੀ ਨਹੀਂ ਸਕਦੀ। ਅੱਛਾ, ਹਾਂਜੀ, ਇਹ ਕੌਣ ਕਰ ਸਕਦਾ? ਜਿਹੜੀ ਸੂਬਾ ਸਰਕਾਰ ਹੈ, ਯਾਨੀ ਸਟੇਟ ਦਾ ਰਾਈਟ ਹੈ। ਸਟੇਟ ਦਾ ਰਾਈਟ ਹੈ ਔਰ ਸਾਡੀ ਸਟੇਟ ਗਵਰਨਮੈਂਟ ਨੇ ਆਲਰੇਡੀ ਇਹਦੇ ਉੱਤੇ ਅਨੈਕਟ ਕੀਤਾ ਹੋਇਆ ਹੈ ਲਾਅ, ਜਿਹੜਾ APMC ਐਕਟ 1961 ਦਾ 1961 ਦਾ ਐਕਟ ਹੈਗਾ ਆ ਪੰਜਾਬ ਨੇ ਹਰਿਆਣਾ ਵਿੱਚ, ਉਹ ਆਲਰੇਡੀ ਲਾਗੂ ਹੈ। ਯਾਨੀ ਕਿ ਇੱਕ ਸਟੇਟ ਆਪਣਾ ਆਪਣਾ ਐਕਟ ਕਿਸਾਨੀ ਨੂੰ ਲੈ ਕੇ ਬਣਾ ਸਕਦੀ। ਜੀ ਬਿਲਕੁਲ, ਕਿਉਂਕਿ ਇਹ ਸਟੇਟ ਸਬਜੈਕਟ ਹੈ, ਹਰ ਸਟੇਟ ਦੀਆਂ ਆਪਣੀਆਂ ਜ਼ਰੂਰਤਾਂ ਹੁੰਦੀਆਂ ਆ, ਇਸੇ ਕਰਕੇ ਸਟੇਟ ਸਬਜੈਕਟ ਹੈ ਔਰ ਸਾਡੇ ਪੰਜਾਬ ਨੇ ਹਰਿਆਣਾ ਵਿੱਚ ਆਲਰੇਡੀ ਇਹ ਐਕਟ ਹੈਗਾ ਆ। ਔਰ ਦੇਖੋ ਮਜ਼ੇ ਦੀ ਗੱਲ ਇਹ ਹੈ ਕਿ ਜਿਹੜਾ ਐਕਟ ਇਹਨਾਂ ਨੇ ਬਣਾਇਆ ਹੈ ਗੈਰ ਕਾਨੂੰਨੀ ਐਕਟ ਹੈ, ਗੈਰ ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਹੈ। ਜਿਹੜਾ ਇਹ ਬਣਾਇਆ ਹੈ ਇਹ ਜਿਹੜਾ ਸਾਡਾ ਸਟੇਟ ਐਕਟ ਹੈ ਜਿਹੜਾ ਕਿ ਕਾਨੂੰਨੀ ਤਰੀਕੇ ਨਾਲ ਬਣਿਆ ਹੋਇਆ ਉਹਦੀਆਂ ਪ੍ਰੋਵੀਜ਼ਨਸ ਨੂੰ ਕੰਟਰਾਡਿਕਟ ਕਰਦਾ ਹੈ। ਸਾਡੀ ਐਕਟ ਦੇ ਵਿੱਚ ਜਿਹੜਾ ਸਟੇਟ ਐਕਟ ਹੈ ਉਹ ਕਿਸੇ ਚੀਜ਼ ਨੂੰ ਅਫੈਂਸ ਕਹਿੰਦਾ ਹੈ ਤੇ ਇਹ ਆਪਣੇ ਐਕਟ ਵਿੱਚ ਉਹ ਅਫੈਂਸ ਕਰਨ ਦੇ ਹੀ ਲੋਕਾਂ ਨੂੰ ਉਕਸਾ ਰਹੇ ਹੈ। ਸੋ ਦਿਸ ਇਜ਼ ਅਬੈਟਮੈਂਟ ਆਫ ਅਫੈਂਸ। ਜੇ ਆਪਾਂ ਗੱਲ ਕਰੀਏ ਦੇ ਨਾਲ ਤੁਸੀਂ ਕਹਿ ਰਹੇ ਕਿ ਲੋੜਾਂ ਅਨੁਸਾਰ, ਯਾਨੀ ਕਿ ਤੁਹਾਡੀ ਗੱਲ ਨੂੰ ਜੇ ਬਿਹਤਰ ਲੋਕਾਂ ਤੱਕ ਜੇ ਸਮਝਾਉਣਾ ਹੋਵੇ ਕਿ ਵੀ ਸਟੇਟ ਦਾ ਰਾਈਟ ਹੈ, ਸਟੇਟ ਦਾ ਲੱਗ, ਯਾਨੀ ਇਹ ਕਹਿ ਸਕਦੇ ਹਾਂ ਕਿ ਪੰਜਾਬ 'ਚ ਹੋ ਸਕਦਾ ਪਾਣੀ ਜ਼ਿਆਦਾ ਹੈ ਤੇ ਪੰਜਾਬ ਦੇ ਵਿੱਚ ਫਸਲਾਂ ਦੀ ਅਲੱਗ ਤਰੀਕੇ ਦੀ ਉੱਥੇ ਵਾਈ ਹੁੰਦੀ ਹੈ। ਰਾਜਸਥਾਨ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਅਲੱਗ ਤਰੀਕੇ ਦੀ ਫਸਲ ਹੋ ਸਕਦੀ ਹੈ, ਉੱਥੇ ਪਾਣੀ ਦੀ ਜ਼ਮੀਨ 'ਚ ਘੱਟ ਹੈ, ਉਧਰ ਦੀ ਅਲੱਗ ਡਿਮਾਂਡ ਹੋ ਸਕਦੀ ਹੈ। ਉੱਤਰਾਖੰਡ ਦੀ, ਹਿਮਾਚਲ ਦੀ ਗੱਲ ਕਰੀਏ ਉੱਥੇ ਜਿਹੜੀ ਸੀੜੀਦਾਰ ਖੇਤੀ ਹੁੰਦੀ ਹੈ ਨਾ, ਉੱਥੇ ਅਲੱਗ ਡਿਮਾਂਡ ਹੋ ਸਕਦੀ ਹੈ। ਯਾਨੀ ਇਸ ਤਰੀਕੇ ਨੂੰ ਸਮਝਿਆ ਜਾ ਸਕਦਾ। ਜੀ ਬਿਲਕੁਲ, ਦੇਖੋ ਜਿਹੜੀ ਫਸਲ ਆਪਣੀ ਕਿਸੇ ਸਟੇਟ 'ਚ ਕਿਸੇ ਤਰ੍ਹਾਂ ਦੀ ਫਸਲ ਹੁੰਦੀ ਹੈ, ਕਿਸੇ ਸਟੇਟ 'ਚ ਮਸਾਲੇ ਹੈ, ਕਿਸੇ ਸਟੇਟ 'ਚ ਕਾਟਨ ਹੈ, ਕਿਸੇ ਸਟੇਟ 'ਚ ਝੋਨਾ ਹੈ, ਠੀਕ ਹੈ ਨਾ। ਹਰ ਸਟੇਟ ਦਾ ਜਿਹੜਾ ਆਪਣਾ ਪੌਣ ਪਾਣੀ ਹੈ ਉਹਨਾਂ ਨੂੰ ਦੇਖਦੇ ਹੋਏ ਜਿਹੜੀਆਂ ਸਟੇਟ ਸਬਜੈਕਟ ਬਣਾਇਆ ਗਿਆ ਹੈ, ਸਟੇਟ ਗਵਰਨਮੈਂਟਸ ਦੇ ਕੋਲ ਹੀ ਇਖਤਿਆਰ ਹੈ ਕਿ ਇਹਦੇ ਉੱਤੇ ਉਹ ਕਾਨੂੰਨ ਬਣਾ ਸਕਣ। ਕੰਟਰਾਡਿਕਟ ਕਿੱਦਾਂ ਕਰਦੀ? ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ ਦੇ ਜਿਹੜਾ ਆਪਣਾ ਜਿਹੜਾ ਬਣਿਆ 1950 ਦਾ ਜਿਹੜਾ ਭਾਰਤ ਰਿਪਬਲਿਕ ਆਫ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਬਣਿਆ ਇਹ ਉਹਨੂੰ ਹੀ ਕੰਟਰਾਡਿਕਟ ਕਿੱਦਾਂ ਕਰ ਸਕਦਾ? ਜਿਹੜਾ ਕੰਟਰਾਡਿਕਟ ਕਨਸਟੀਟਿਊਸ਼ਨ ਨੂੰ ਨਹੀਂ ਕਰਦਾ, ਕਨਸਟੀਟਿਊਸ਼ਨ ਦੀਆਂ ਤਾਂ ਧੱਜੀਆਂ ਉਡਾਉਂਦਾ ਹੈ। ਅੱਛਾ, ਕੰਟਰਾਡਿਕਟ ਤੋਂ ਵੀ ਉੱਪਰ। ਬਿਲਕੁਲ, ਇਹਨੂੰ ਸਾਡੇ ਕਾਨੂੰਨ ਦੇ ਵਿੱਚ ਕਹਿੰਦੇ ਆ, ਟਰਮ ਹੈ ਵੋਇਡ ਅਬ ਇਨੀਸ਼ੀਓ, ਜਿਹਦਾ ਮਤਲਬ ਹੁੰਦਾ ਹੈ ਕਾਨੂੰਨ ਕਹਿੰਦਾ ਕਿ ਇਟ ਡਜ਼ ਨਾਟ ਐਗਜ਼ਿਸਟ ਐਟ ਆਲ, ਕਿ ਇਹਦਾ ਅਸਤਿਤਵ ਹੀ ਨਹੀਂ ਹੈਗਾ। ਤੇ ਜੇ ਸਾਡੀ ਜੁਡੀਸ਼ਰੀ ਦਾ ਕੋਈ ਥੋੜਾ ਬਹੁਤ ਜ਼ਮੀਰ ਹੁੰਦਾ ਤੇ ਜਿੱਦਨ ਨੇ ਬਿੱਲ ਪਾਸ ਹੋ ਕੇ ਕਾਨੂੰਨ ਬਣੇ ਹੈ, ਜੁਡੀਸ਼ਰੀ ਨੂੰ ਚਾਹੀਦਾ ਸੀ ਉਦੋਂ ਹੀ ਇਹਨਾਂ ਨੂੰ ਜਿਹੜਾ ਹੈ ਇਹ ਡਿਕਲੇਅਰ ਕਰਦੀ ਕਿ ਦੇ ਆਰ ਅਗੇਂਸਟ ਦੀ ਕਨਸਟੀਟਿਊਸ਼ਨ। ਸੈਕੰਡਲੀ ਅਗੇਂਸਟ ਹੈਗੇ ਆ ਜਿਹੜੇ ਸਾਡੇ ਸੂਬੇ ਦਾ ਐਕਟ ਹੈਗਾ ਆ ਉਹਦੇ। ਜਸਟ ਫॉर ਐਗਜ਼ਾਮਪਲ, ਜਿੱਦਾਂ ਕਿ ਜਿਹੜਾ ਸਾਡਾ ਪੰਜਾਬ ਦਾ 1961 ਦਾ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਕੋਈ ਵੀ ਵਪਾਰੀ ਕਿਸੇ ਵੀ ਜਿਹੜਾ ਪ੍ਰੋਡਿਊਸਰ ਹੈ ਫਸਲ ਦਾ ਉਹ ਤੋਂ APMC ਮੰਡੀ ਤੋਂ ਬਾਹਰ ਫਸਲ ਨਹੀਂ ਚੱਕ ਸਕਦਾ। ਜੇ ਚੱਕੇਗਾ ਤੇ ਉਹ ਅਫੈਂਸ ਹੈ ਔਰ ਉਹ ਅਫੈਂਸ ਦੀ ਬਕਾਇਦਾ ਕੈਦ ਹੈ ਔਰ ਜੁਰਮਾਨਾ ਹੈ। ਪਰ ਇਹ ਜਿਹੜੇ ਐਕਟ ਹੈਗੇ ਆ ਇਹ ਕਹਿੰਦੇ ਆ, ਸੈਂਟਰ ਗਵਰਨਮੈਂਟ ਦੇ ਜਿਹੜੇ ਗੈਰ ਕਾਨੂੰਨੀ ਐਕਟ ਹੈ ਇਹ ਕਹਿੰਦਾ ਹੈ ਕਿ ਜਿਹੜਾ ਵਪਾਰੀ ਹੈਗਾ ਹੈ ਉਹ ਕਿਸਾਨ ਤੋਂ, ਮੰਡੀ ਤੋਂ, ਪ੍ਰੋਡਿਊਸਰ ਤੋਂ, ਕਿਸਾਨ ਤੋਂ APMC ਮੰਡੀ ਤੋਂ ਬਾਹਰ ਵੀ ਫਸਲ ਚੱਕ ਸਕਦਾ ਹੈ। ਇਹਦਾ ਮਤਲਬ ਕਿ ਦੇ ਆਰ ਅਬੈਟਿੰਗ ਦੀ ਅਫੈਂਸ, ਠੀਕ ਹੈ ਨਾ। ਇੱਕ ਐਕਟ ਜਿਹੜਾ ਕਾਨੂੰਨੀ ਤਰੀਕੇ ਨਾਲ ਬਣਿਆ ਉਹ ਕਹਿ ਰਿਹਾ ਹੈ ਕਿ ਤੁਸੀਂ ਇੱਦਾਂ ਕਰੋਗੇ ਤਾਂ ਜੁਰਮ ਹੈ, ਔਰ ਇਹ ਦੁਨੀਆ ਦੇ ਵਿੱਚ ਕਿਤੇ ਇਹਦੇ ਨਾਲ ਦਾ ਤੁਹਾਨੂੰ ਐਗਜ਼ਾਮਪਲ ਨਹੀਂ ਮਿਲੇਗਾ ਕਿ ਸੈਂਟਰ ਗਵਰਨਮੈਂਟ ਆਪਣੇ ਹੀ ਲੋਕਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਕੋਈ ਅਫੈਂਸ ਕਮਿਟ ਕਰੋ। ਅੱਛਾ ਜੀ, ਮਤਲਬ ਜੇ ਆਪਾਂ ਗੱਲ ਕਰਦੇ ਆ ਕਿ ਆਪਾਂ ਮੰਨ ਲੈਂਦੇ ਆ ਕਿ ਵੀ ਆਪਣੀ ਤੁਸੀਂ APMC ਮੰਡੀ ਤੋਂ ਬਾਹਰ ਨਹੀਂ ਵੇਚ ਸਕਦੇ, ਪਰ ਮੇਰੀ ਕਈ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵੀਰਾਂ ਨਾਲ ਗੱਲ ਹੋਈ, ਕਹਿੰਦੇ ਸਾਨੂੰ ਉੱਥੇ ਚੰਗਾ ਮੁੱਲ ਨਹੀਂ ਮਿਲਦਾ, ਅਸੀਂ ਆਪਣੀ ਟਰਾਲੀ ਆਪਣਾ ਸਮਾਨ ਭਰ ਕੇ ਅਸੀਂ ਹਰਿਆਣੇ ਲੈ ਆਉਂਦੇ ਆ, ਇੱਥੇ ਸਾਨੂੰ 200-400 ਰੁਪਏ ਵੱਧ ਮਿਲ ਜਾਂਦੇ ਆ।
ਹੈ ਨਾ, ਤੇ ਅਸੀਂ ਉੱਥੇ ਲਿਆ ਕੇ ਵੇਚ ਦਿੰਦੇ ਆ, ਤੇ ਪਰ ਕਹਿੰਦੇ ਕਿਉਂਕਿ ਲਾਅ ਨਹੀਂ ਹੈਗਾ ਇਸ ਕਰਕੇ ਅਸੀਂ ਨਹੀਂ ਵੇਚ ਪਾਉਂਦੇ। ਤੇ ਤੁਹਾਨੂੰ ਨਹੀਂ ਲੱਗਦਾ ਉਹਨਾਂ ਲੋਕਾਂ ਨੂੰ ਫਾਇਦਾ ਹੋ ਸਕਦਾ? ਮੈਂ ਥੋੜਾ ਜਿਹਾ ਇੱਥੇ ਇਸ ਗੱਲ ਤੇ ਵੀ ਚਾਨਣਾ ਪਾਉਣਾ ਚਾਹੂੰਗੀ ਕਿ ਜਿਹੜੇ APMC ਐਕਟ ਸਟੇਟਸ ਨੇ ਬਣਾਏ ਆ, ਇਹ ਫਾਰਮਰਸ ਨੂੰ, ਕਿਸਾਨਾਂ ਨੂੰ ਫੈਸਿਲਿਟੇਟ ਕਰਨ ਲਈ ਬਣਾਏ ਗਏ ਆ। ਇਹਨਾਂ ਦੇ ਅੰਡਰ ਜਿਹੜੀਆਂ ਪਾਬੰਦੀਆਂ ਆ ਉਹ ਕਿਸਾਨਾਂ ਤੇ ਨਹੀਂ ਗੀਆਂ, ਉਹ ਵਪਾਰੀਆਂ ਤੇ ਹੈ। ਕਿਸਾਨ ਕਿਤੇ ਵੀ ਜਾ ਕੇ ਵੇਚ ਸਕਦਾ ਹੈ, ਪਰ ਜਿਹੜਾ ਵਪਾਰੀ ਹੈ ਉਹਨੇ APMC ਮੰਡੀ ਚੋਂ ਹੀ ਖਰੀਦਣਾ। ਅੱਛਾ, ਯਾਨੀ ਇਹ ਵੱਡੀ ਗੱਲ ਹੈ, ਯਾਨੀ ਕਿ ਕਿਸਾਨ ਕਿਤੇ ਵੀ ਜਾ ਕੇ ਆਲਰੇਡੀ ਵੇਚ ਸਕਦਾ ਹੈ, ਕਿਸੇ ਵੀ ਮੰਡੀ 'ਚ ਵੇਚ ਸਕਦਾ ਹੈ, ਪਰ ਜਿਹੜਾ ਵਪਾਰੀ ਹੈ ਉਹ ਸਿਰਫ ਮੰਡੀ 'ਚੋਂ ਹੀ ਖਰੀਦ ਸਕਦਾ ਹੈ ਨਾ। ਜੀ ਜੀ ਜੀ, ਕਿਉਂਕਿ ਦੇਖੋ ਇਹ ਜਿਹੜੇ ਐਕਟ ਹੈਗੇ ਆ, ਜਿਹੜੇ ਮੰਡੀਆਂ ਵਾਲੇ ਐਕਟ ਹੈਗੇ, ਇਹਨਾਂ ਦਾ ਪੂਰਾ ਇੱਕ ਬੈਕਗ੍ਰਾਉਂਡ ਹੈ। ਇਹ ਸਭ ਤੋਂ ਪਹਿਲੇ 1930 ਜਾਂ 31 ਦੇ ਵਿੱਚ ਅੰਗਰੇਜ਼ਾਂ ਨੇ ਮੈਡਰਾਸ ਪ੍ਰੈਜ਼ੀਡੈਂਸੀ ਦੇ ਵਿੱਚ ਬਣਾਏ ਸੀਗੇ, ਠੀਕ ਹੈ। ਉਹਦੇ ਉੱਤੇ ਬੜੇ ਕਮਿਸ਼ਨਸ ਬੈਠੇ ਸੀ, ਕਮੇਟੀਆਂ ਬੈਠੀਆਂ ਸੀ, ਜਿਨ੍ਹਾਂ ਨੇ ਇਸ ਗੱਲ ਤੇ ਇਨਵੈਸਟੀਗੇਸ਼ਨ ਕੀਤੀ ਸੀ ਕਿ ਜਿਹੜਾ ਕਿਸਾਨ ਹੈਗਾ ਆ ਉਹ ਵਪਾਰੀ ਦੇ ਹੱਥੋਂ ਬਹੁਤ ਐਕਸਪਲੋਇਟ ਹੁੰਦਾ ਆ, ਔਰ ਉਸ ਐਕਸਪਲੋਟੇਸ਼ਨ ਨੂੰ ਖਤਮ ਕਰਨ ਦੇ ਲਈ ਇਹ ਜਿਹੜੇ ਕਾਨੂੰਨ ਬਣਾਏ ਗਏ ਸੀ। ਉਸ ਤੋਂ ਬਾਅਦ ਮੁਲਕ ਆਜ਼ਾਦ ਹੋਇਆ, ਔਰ ਫਿਰ ਟਾਈਮ ਟੂ ਟਾਈਮ ਜਿਹੜੇ ਵਪਾਰੀ ਹੈਗੇ ਆ ਉਹ ਹਮੇਸ਼ਾ ਕਦੀ ਹਾਈ ਕੋਰਟਸ ਦੇ ਵਿੱਚ, ਕਦੀ ਸੁਪਰੀਮ ਕੋਰਟ ਦੇ ਵਿੱਚ ਸਾਡੇ ਜਾਂਦੇ ਰਹੇ ਆ ਇਹ ਪਟੀਸ਼ਨ ਲੈ ਕੇ, ਇਹ ਦਰਖਾਸਤ ਲੈ ਕੇ ਕਿ ਇਹ ਜਿਹੜੇ ਮੰਡੀਆਂ ਵਾਲੇ ਐਕਟ ਹੈਗੇ ਆ ਇਹ ਸਾਨੂੰ ਮੁਨਾਫਾ ਨਹੀਂ ਕਮਾਉਣ ਦਿੰਦੇ। ਔਰ ਸੁਪਰੀਮ ਕੋਰਟ ਜਿਹੜੀ ਕਿ ਭਾਰਤ ਦੀ ਸਰਵੋੱਚ ਅਦਾਲਤ ਹੈ, ਉਹਦੇ 5 ਜੱਜ ਬੈਂਚ ਦਾ ਫੈਸਲਾ ਹੈ, ਜਿਹੜਾ ਸਭ ਤੋਂ ਵੱਡਾ ਬੈਂਚ ਹੁੰਦਾ ਹੈ। 1958 ਦਾ ਕੇਸ ਹੈ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਤੁਹਾਡੀ ਇਸੇ ਗੱਲ ਕਰਕੇ ਅਸੀਂ ਆਹ ਐਕਟ ਬਣਾਏ ਹੋਏ ਆ, ਤਾਂ ਕਿ ਜਿਹੜੀ ਇਹ ਖਰੀਦੋ ਫਰੋਖਤ ਹੈਗੀ ਹੈ ਕਿਸਾਨੀ ਦੇ ਪ੍ਰੋਡਿਊਸ ਦੀ, ਇਹਨੂੰ ਰੈਗੂਲੇਟ ਕੀਤਾ ਜਾ ਸਕੇ। ਕਿਉਂਕਿ ਤੁਸੀਂ ਲੋਕ ਮੁਨਾਫਾ 10%, 20%, 25% ਨੂੰ ਨਹੀਂ ਸਮਝਦੇ। ਤੁਹਾਡਾ ਜਿਹੜਾ ਨਿਸ਼ਾਨਾ ਹੈ ਸਿੱਧਾ 200%, 300% ਇਹ ਹੈ। ਔਰ ਪਰ ਅੱਜ ਦੀ ਡੇਟ ਦੇ ਵਿੱਚ ਇਹ ਜਿਹੜੀ ਮੌਕੇ ਦੀ ਸਰਕਾਰ ਹੈ, ਇਹਨਾਂ ਨੇ ਸਭ ਕੁਝ ਹੀ ਆਪਣੇ ਹੱਥ ਵਿੱਚ ਕਰਕੇ ਕਿਸ ਤਰੀਕੇ ਨਾਲ ਕਾਨੂੰਨ ਨਾਲ ਖੇਲ ਰਹੇ ਹੈ, ਇਹ ਤੁਹਾਡੇ ਸਾਹਮਣੇ ਲੱਗਦਾ ਕਿ ਮੌਕੇ ਦੀ ਸਰਕਾਰ ਨੇ ਸਭ ਕੁਝ ਆਪਣੇ ਹੱਥ 'ਚ ਕਰ ਲਿਆ। ਐਸਾ ਤੁਸੀਂ ਕੀ ਪੜ੍ਹਿਆ? ਤੁਸੀਂ ਤਾਂ ਮੈਨੂੰ ਲੱਗਦਾ ਕਾਪੀ ਤੁਹਾਡੇ ਹੱਥ 'ਚ ਵੀ ਹੈਗੀ ਆ, ਐਸਾ ਤੁਸੀਂ ਇਹਦੇ ਵਿੱਚ ਕੀ ਪੜ੍ਹ ਲਿਆ? ਤੁਹਾਨੂੰ ਕੀ ਲੱਗਦਾ ਕਿ ਕਿਉਂ ਇਹਦੇ ਨਾਲ ਕਿਸਾਨਾਂ ਦੀ ਜੋ ਹੈਗੀ ਐਕਸਪਲੋਇਟੇਸ਼ਨ ਹੋ ਸਕਦੀ ਹੈ? ਜੀ ਮੈਂ ਇੱਕ ਐਗਜ਼ਾਮਪਲ ਹੋਰ ਦੇਣਾ ਚਾਹੂੰਗੀ, ਉਹ ਤੋਂ ਗੱਲ ਬਹੁਤ ਕਲੀਅਰ ਹੋ ਜਾਏਗੀ। ਮੈਂ ਹੁਣੀ ਸਟੇਜ ਤੇ ਵੀ ਬੋਲਿਆ, ਜਿਹੜਾ ਕੰਟਰੈਕਟ ਵਾਲਾ ਐਕਟ ਹੈਗਾ ਆ, ਇਹ ਕਹਿੰਦੇ ਆ ਕਿ ਅਸੀਂ ਇੱਕ ਨਵਾਂ ਐਕਟ ਬਣਾਇਆ ਹੈ ਜਿਹਦੇ ਵਿੱਚ ਜਿਹੜੀ ਕੰਟਰੈਕਟ ਫਾਰਮਿੰਗ ਹੋ ਸਕਦੀ ਹੈ। ਇੱਥੇ ਮੈਂ ਸਭ ਨੂੰ ਇਹ ਦੱਸਣਾ ਚਾਹੂੰਗੀ ਕਿ ਹਿੰਦੁਸਤਾਨ ਦੇ ਵਿੱਚ ਇੰਡੀਅਨ ਕੰਟਰੈਕਟ ਐਕਟ 1872 ਦਾ ਕਾਨੂੰਨ ਆਲਰੇਡੀ ਹੈਗਾ ਆ, ਜਿਹਦੇ ਵੀ ਦੋ ਧਿਰਾਂ ਜਾਂ ਦੋ ਤੋਂ ਵੱਧ ਧਿਰਾਂ ਆਪਸ ਵਿੱਚ ਕੋਈ ਵੀ ਕੰਟਰੈਕਟ ਕਰ ਸਕਦੀਆਂ। ਅੱਛਾ, ਆਲਰੇਡੀ ਹੈਗਾ ਜੀ, ਬੇਸ਼ਰਤੇ ਉਹ ਜਿਹੜਾ ਕੰਟਰੈਕਟ ਹੈ ਉਹ ਅਨੈਤਿਕ ਔਰ ਗੈਰ ਕਾਨੂੰਨੀ ਨਾ ਹੋਵੇ, ਠੀਕ ਹੈ। ਇਹਦਾ ਮਤਲਬ ਜਿਹੜਾ ਫਾਰਮਰ ਔਰ ਵਪਾਰੀ ਹੈਗਾ ਉਹ ਤਾਂ ਆਲਰੇਡੀ ਕੰਟਰੈਕਟ ਕਰ ਸਕਦੇ ਸੀਗੇ ਅੰਡਰ 1872 ਦੇ ਐਕਟ ਦੇ ਅਧੀਨ। ਉਹ ਜਿਹੜਾ 1872 ਦਾ ਐਕਟ ਹੈ ਉਹਦੇ ਵਿੱਚ ਦੋਨੋਂ ਧਿਰਾਂ ਦੇ ਕੋਲ ਆਪਣੇ ਆਪਣੇ ਰਾਈਟਸ ਵੀ ਹੁੰਦੇ ਆ। ਉਹ ਰਾਈਟਸ ਇਹ ਹੁੰਦੇ ਆ ਕਿ ਜੇ ਕੋਈ ਵੀ ਧਿਰ ਆਪਣੀਆਂ ਟਰਮਸ ਔਰ ਕੰਡੀਸ਼ਨਸ ਜੋ ਐਗਰੀਮੈਂਟ 'ਚ ਲਿਖੀਆਂ ਹੋਈਆਂ ਆ ਉਹਨਾਂ ਤੋਂ ਪਿੱਛੇ ਹਟਦੀ ਹੈ ਤਾਂ ਉਹਦੇ ਕੋਲ ਦੂਸਰੀ ਪਾਰਟੀ ਕੋ ਕੋਰਟਸ ਜਾਣ ਦਾ ਇਖਤਿਆਰ ਹੁੰਦਾ ਹੈ, ਔਰ ਜਿਹੜੀ ਕੋਰਟ ਹੈ ਉਹ ਡਾਇਰੈਕਸ਼ਨ ਦੇ ਕੇ ਅੰਡਰ ਸਪੈਸੀਫਿਕ ਰਿਲੀਫ ਐਕਟ ਉਹ ਕੰਮ ਕਰਾਉਂਦੀ ਹੈ। ਆਲਰੇਡੀ ਹੈ। ਹੁਣ ਇਹਨਾਂ ਨੇ ਲੋਕਾਂ ਨੂੰ ਚਕਮਾ ਦੇਣ ਦੇ ਲਈ ਕਹਿਤਾ ਕਿ ਅਸੀਂ ਇੱਕ ਐਕਟ ਬਣਾਇਆ ਹੈ ਜਿਹਦੇ ਅਧੀਨ ਫਾਰਮਰਸ ਔਰ ਵਪਾਰੀ ਕੰਟਰੈਕਟ ਕਰ ਸਕਦੇ ਆ। ਇਹ ਤਾਂ ਆਲਰੇਡੀ ਕਰ ਸਕਦੇ ਸੀਗੇ। ਹੁਣ ਇਹ ਬਣਾਇਆ ਐਕਟ ਕਿਉਂ ਆ? ਕਿਉਂਕਿ ਇਹਨਾਂ ਨੇ ਉਹ ਵਾਲੀਆਂ ਪ੍ਰੋਵੀਜ਼ਨਸ ਵਿੱਚੋਂ ਬਾਹਰ ਕੱਢਣੀਆਂ ਸੀਗੀਆਂ ਕਿ ਤੁਸੀਂ ਕੋਰਟ ਨਹੀਂ ਜਾ ਸਕਦੇ, ਤੁਸੀਂ ਕੋਰਟ 'ਚੋਂ ਡਾਇਰੈਕਸ਼ਨ ਨਹੀਂ ਲੈ ਸਕਦੇ। ਹੁਣ ਇਹ ਜਿਹੜਾ ਨਵਾਂ ਕਾਨੂੰਨ ਬਣਿਆ ਆ ਇਹਦੇ ਵਿੱਚ ਦੇਖੋ ਇਹ ਮੈਂਡੇਟਰੀ ਹੈ ਕਿ ਜਦੋਂ ਦੋ ਧਿਰਾਂ ਦੇ ਵਿੱਚ ਐਗਰੀਮੈਂਟ ਹੋਣਾ ਆ ਤੇ ਉਹਦੇ ਵਿੱਚ ਹੀ ਇਹ ਲਿਖਿਆ ਜਾਏਗਾ ਕਿ ਜੇ ਕੋਈ ਝਗੜਾ ਪੈਂਦਾ ਤਾਂ ਸਭ ਤੋਂ ਪਹਿਲੇ ਉਹ ਆਪਸ 'ਚ ਰਾਜੀਨਾਮਾ ਕਰਕੇ ਦੇਖਣਗੇ। ਉਹਦੇ ਲਈ 30 ਦਿਨ ਦਾ ਟਾਈਮ ਹੈ। ਜੇ ਰਾਜੀਨਾਮਾ ਕਿਸੇ ਸਿਰੇ ਨਹੀਂ ਚੜ੍ਹਦਾ ਤੇ ਉਹ SDM ਕੋ ਜਾਣਗੇ, 30 ਦਿਨ ਦਾ ਉਹ ਟਾਈਮ ਹੈ। ਜੇ ਉਹ ਵੀ ਸਿਰੇ ਨਹੀਂ ਚੜ੍ਹਦਾ ਤਾਂ DC ਕੋ ਜਾਣਗੇ, 30 ਦਿਨ ਦਾ ਉਹ ਟਾਈਮ ਹੈ। ਤਾਂ ਟੋਟਲ 90 ਦਿਨ ਹੋ ਗਏ। ਹੁਣ ਇੱਕ ਛੋਟੀ ਜਿਹੀ ਗੱਲ ਹੈ, ਕੋਈ ਡੇਅਰੀ ਫਾਰਮਿੰਗ ਕਰਦਾ ਹੈ, ਦੁੱਧ ਹੈ ਕਿਸੇ ਦਾ, ਠੀਕ ਹੈ ਨਾ, ਦੁੱਧ ਵੇਚਦਾ ਫਾਰਮਰ, ਬਾਜ਼ਾਰ ਦੇ ਵਿੱਚ ਪ੍ਰਾਈਸ ਡਿੱਗ ਗਈ ਥੱਲੇ, ਭਾਅ ਥੱਲੇ ਆ ਗਿਆ, ਤੇ ਵਪਾਰੀ ਤਾਂ ਫਾਰਮਰ ਨੂੰ ਕਹੇਗਾ ਕਿ ਵੀ ਤੇਰਾ ਦੁੱਧ ਠੀਕ ਨਹੀਂ ਹੈ, ਇਹਦੇ ਵਿੱਚ ਫੈਟ ਘੱਟ ਹੈ ਜਾਂ ਵੱਧ ਹੈ, ਮੈਂ ਨਹੀਂ ਚੱਕਦਾ। ਝਗੜਾ ਪੈ ਗਿਆ। ਉਹ ਪਹਿਲੇ ਰਾਜੀ ਨਾ ਘਰ ਦੇ ਵਿੱਚ ਵੀ ਜੇ ਆਪਾਂ ਦੇਖ ਲਈਏ ਤਾਂ ਜੇ ਦੁੱਧ ਜੇ ਕਿਸੇ ਦਿਨ ਫਟਿਆ ਨਿਕਲਦਾ ਨਾ ਤੇ ਅਸੀਂ ਦੁੱਧ ਵਾਲੇ ਨੂੰ ਅਗਲੇ ਦਿਨ ਕੰਪਲੇਂਟ ਕਰਦੇ ਆ ਤੇ ਉਹਦੇ ਸ਼ਾਇਦ ਉਹ ਪੈਸੇ ਵੀ ਕੱਟ-ਕੁੱਟ ਲੈਂਦੇ ਆ। ਜੀ 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 ਜੀ। ਹੁਣ 30 ਦਿਨ ਤਾਂ ਪਹਿਲੇ ਉਹ ਆਪਸ 'ਚ ਰਾਜੀਨਾਮਾ ਕਰਨ ਨੂੰ ਲਾਣਗੇ, 30 ਦਿਨ ਉਹ SDM ਕੋਲ ਆਣਗੇ, 30 ਦਿਨ DC ਕੋਲ ਆਣਗੇ, 90 ਦਿਨ। 90 ਦਿਨਾਂ 'ਚ ਦੁੱਧ ਦਾ ਕੀ ਹੋਏਗਾ? ਔਰ ਜੇ DC ਕਿਸਾਨ ਦੇ ਹੱਕ 'ਚ ਫੈਸਲਾ ਕਰ ਵੀ ਦਿੰਦਾ ਹੈ ਉਹ ਦੁੱਧ ਬਚੇਗਾ 90 ਦਿਨ। ਹੁਣ ਤੁਸੀਂ ਫਸਲ ਦੀ ਗੱਲ ਕਰ ਲਓ, ਤੁਸੀਂ ਕਣਕ ਦੀ ਗੱਲ ਕਰ ਲਓ, ਉਹਦੀ ਨਰਮੀ ਹੈ, ਉਹ ਤਾਂ ਪਹਿਲੇ ਹੀ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਡਿਸਾਈਡ ਹੋਈ ਹੈ ਕਿ ਇੰਨੀ ਨਰਮੀ ਹੋਊਗੀ ਤਾਂ ਚੱਕਾਂਗੇ। ਉਹ ਆ ਕੇ ਵਪਾਰੀ ਕਹਿੰਦਾ ਕਿ ਸਾਨੂੰ ਵੀ ਇਹ 'ਚ ਤਾਂ ਇੰਨਾ ਮੋਇਸਚਰ ਹੈ ਨਹੀਂ, ਮੈਂ ਨਹੀਂ ਚੱਕਦਾ। ਝਗੜਾ ਪੈ ਗਿਆ। 90 ਦਿਨ, ਠੀਕ ਹੈ। 90 ਦਿਨਾਂ ਬਾਅਦ ਤਾਂ ਉਹਦਾ ਜਿਹੜਾ ਮੋਇਸਚਰ ਉਹ ਕਿੱਥੋਂ ਦਾ ਕਿੱਥੇ ਉੱਦਾਂ ਹੀ ਚਲਾ ਜਾਊਗਾ, ਉਹਦੇ ਵੇਟ ਦੀ ਸਮੱਸਿਆ ਹੋ ਜਾਊਗੀ। ਇਹ ਕੈਚ ਹੈ, ਇਹ ਆਮ ਲੋਕਾਂ ਨੂੰ ਸਮਝਣ ਦੀ ਲੋੜ ਹੈ। ਔਰ ਬਾਕੀ ਇਸ ਐਕਟ ਦੇ ਵਿੱਚ ਇਹ ਹੈ ਕਿ ਜੇ ਤਾਂ ਰਿਕਵਰੀ ਕਿਸਾਨ ਤੋਂ ਹੋਣੀ ਹੈ,
ਠੀਕ ਹੈ ਨਾ। ਇਹ ਜਿਹੜਾ ਐਕਟ ਹੈ ਕੰਟਰੈਕਟ ਵਾਲਾ, ਇਹ 'ਚ ਉੱਦਾਂ ਇਹ ਲਿਖਦੇ ਆ ਕਿ ਜਿਹੜੀ ਕਿਸਾਨ ਦੀ ਜ਼ਮੀਨ ਹੈ ਉਹ ਨਹੀਂ ਲਿੱਤੀ ਜਾ ਸਕਦੀ, ਪਰ ਮੇਰੇ ਹੱਥ 'ਚ ਕਾਪੀ ਫੜੀ ਹੋਈ ਹੈ ਪੰਜਾਬ ਲੈਂਡ ਰੈਵਨਿਊ ਐਕਟ ਦੀ, ਪਰ ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਉਹ ਰਿਕਵਰੀ ਪੰਜਾਬ ਲੈਂਡ ਰੈਵਨਿਊ ਐਕਟ ਦੇ ਅਧੀਨ ਹੋਏਗੀ। ਹਾਂਜੀ ਸ਼ੋਰ। ਇਹ ਬਿਲਕੁਲ ਬੜੀ ਤਿਆਰੀ ਨਾਲ ਆਏ ਨੇ ਔਰ ਸਾਰੇ ਡਾਕੂਮੈਂਟਸ ਜਿਹੜੇ ਆ ਮੈਡਮ ਨਾਲ ਲੈ ਕੇ ਆਏ ਨੇ ਕਿਉਂਕਿ ਸੀਨੀਅਰ ਆਗੂ ਨੇ, ਔਰ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਪੂਰੀ ਤਿਆਰੀ ਨਾਲ ਡਾਕੂਮੈਂਟ ਲੈਵਲ ਦੇ ਨਾਲ ਅਸੀਂ ਤੁਹਾਨੂੰ ਇਹ ਚੀਜ਼ਾਂ ਦਿਖਾਵਾਂਗੇ, ਇਹ ਸਾਰੀ ਚੀਜ਼ਾਂ ਕਲੀਅਰ ਕਰਾਵਾਂਗੇ। ਕਲੈਕਸ਼ਨ ਆਫ ਲੈਂਡ ਰੈਵਨਿਊ ਹਾਂਜੀ ਹਾਂਜੀ ਸੈਕਸ਼ਨ 61 ਤੋਂ 78 ਤੱਕ ਹਾਂਜੀ ਹਾਂਜੀ। ਇਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਉਹ ਜਿਹੜਾ ਬੰਦਾ ਹੈਗਾ ਆ ਉਹਦੀ ਜਿਹੜੀ ਜ਼ਮੀਨ ਵੀ ਲਿੱਤੀ ਜਾ ਸਕਦੀ ਹੈ, ਉਹਦੀ ਕ੍ਰੌਪ ਵੀ ਵੇਚੀ ਜਾ ਸਕਦੀ ਹੈ, ਉਹਦੇ ਘਰ ਦਾ ਸਮਾਨ ਵੀ ਅਟੈਚ ਕੀਤਾ ਜਾ ਸਕਦਾ ਹੈ ਔਰ ਉਹਨੂੰ ਕੈਦ ਵੀ ਹੋ ਸਕਦੀ ਹੈ। ਪਰ ਜਿੱਥੇ ਤਾਂ ਗੱਲ ਆਉਂਦੀ ਹੈ ਫਿਰ ਵਪਾਰੀ ਤੋਂ ਰਿਕਵਰੀ ਲੈਣ ਦੀ, ਉੱਥੇ ਜਿਹੜਾ ਨਵਾਂ ਕਾਨੂੰਨ ਗੈਰ ਕਾਨੂੰਨੀ ਬਣਿਆ ਉਹ ਚੁੱਪ ਹੈ। ਔਰ ਉਹਦੇ ਪਿੱਛੇ ਵੀ ਤੁਸੀਂ ਇਹਨਾਂ ਦੀ ਉਹ ਸਮਝੋ ਜਿਹੜੀ ਪੂਰੀ ਚਾਲ ਹੈ। ਇਹ ਕਹਿੰਦੇ ਹੈ ਕਿ ਜਿਹੜਾ ਵਪਾਰੀ ਹੈ ਕੋਈ ਵੀ ਬੰਦਾ ਜੇ ਕੋਈ ਆਧਾਰ ਕਾਰਡ ਹੋਏਗਾ ਔਰ ਪੈਨ ਕਾਰਡ ਹੋਏਗਾ ਉਹ ਫਸਲ ਚੱਕ ਸਕਦਾ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ। ਠੀਕ ਹੈ। ਹੁਣ ਮੰਨ ਲਓ ਜਿਹੜੀ ਉਹ ਫਸਲ ਹੈ ਉਹ ਅਲਟੀਮੇਟਲੀ 2 ਲੱਖ ਦੀ ਹੈ। ਠੀਕ ਹੈ। ਕੋਈ ਵੀ ਬੰਦਾ ਜੇ ਕੋਈ ਪੈਸਾ ਨਹੀਂ ਧੇਲਾ ਨਹੀਂ, ਉਹ ਕੀ ਗਾਰੰਟੀ ਹੈ ਤੁਸੀਂ ਉਹਦਾ ਸਿਰਫ ਆਧਾਰ ਕਾਰਡ ਔਰ ਪੈਨ ਕਾਰਡ ਦੇਖ ਕੇ ਉਹਨੂੰ ਫਸਲ ਚੁਕਾ ਦੋਗੇ। ਠੀਕ ਹੈ। ਕੋਰਟ 'ਚ ਤੁਸੀਂ ਉਹਦੇ ਖਿਲਾਫ ਜਾ ਨਹੀਂ ਸਕਦੇ। ਠੀਕ ਹੈ ਨਾ। ਜਿਹੜਾ ਕੋਈ ਫੈਸਲਾ ਆਉਂਦਾ ਉਹ ਕਿੱਦਾਂ ਐਗਜ਼ੀਕਿਊਟ ਹੋਏਗਾ। ਠੀਕ ਹੈ ਨਾ। ਔਰ ਜਿਹੜੇ ਕੋਈ ਵੱਡੇ ਵਪਾਰੀ ਹੈਗੇ ਵੀ ਹੈ ਉਹ ਇੰਨੇ ਦੁੱਧ ਦੇ ਧੁਲੇ ਤਾਂ ਹੈ ਨਹੀਂਗੇ, ਆਪਣੀ ਪ੍ਰਾਪਰਟੀ ਆਲਰੇਡੀ ਆਪਣੇ ਬੱਚਿਆਂ ਦੇ ਘਰ ਵਾਲੀਆਂ ਦੇ ਜਾਂ ਘਰ ਵਾਲਿਆਂ ਦੇ ਨਾਂ ਕਰਕੇ ਆਉਗੇ। ਠੀਕ ਹੈ ਨਾ। ਕਿੱਥੋਂ ਪ੍ਰਾਪਰਟੀ ਅਟੈਚ ਹੋਏਗੀ। ਤੇ ਇਹ ਬੜੇ ਕੈਚ ਹੈਗੇ ਇਹਦੇ ਵਿੱਚ ਜਿਹੜੇ ਫੜਨ ਵਾਲੇ ਆ। ਬੜੇ ਲੂਪ ਹੋਲਸ ਹੈਗੇ ਆ ਜਿਹਦੇ ਕਰਕੇ ਜੋ ਹੈ ਨੁਕਸਾਨ ਕਿਸਾਨ ਦਾ ਹੋ ਸਕਦਾ। ਆਪਾਂ ਜਦੋਂ ਫਾਈਨਲੀ ਦੇਖਦੇ ਹਾਂ, ਇੱਕ ਤੁਸੀਂ ਮੰਨਦੇ ਹੋ ਕਿ ਹੁਣ ਤੱਕ ਜਿਹੜੇ ਕਾਨੂੰਨ ਸੀਗੇ ਜਿਹੜੇ ਐਗਜ਼ਿਸਟ ਕਰਦੇ ਆ ਉਹਦੇ ਨਾਲ ਕਿਸਾਨ ਕਹਿੰਦਾ ਮੇਰਾ ਆਲਰੇਡੀ ਐਕਸਪਲੋਇਟੇਸ਼ਨ ਆਲਰੇਡੀ ਚੱਲਦਾ ਪਿਆ ਹੈਗਾ, ਹੈ ਨਾ। ਯਾਨੀ ਕਿ ਇੱਕ ਮੌਜੂਦਾ ਹਾਲਾਤਾਂ ਦੇ ਵਿੱਚ ਮੌਜੂਦਾ ਮੌਸਮ ਨੂੰ ਦੇਖ ਕੇ, ਪਾਣੀ ਦੀ ਜਿਹੜੀ ਇੱਕ ਗਰਾਊਂਡ ਲੈਵਲ ਨੂੰ ਦੇਖ ਕੇ ਇੱਕ ਰਿਫਾਰਮੇਸ਼ਨ ਦੀ ਲੋੜ ਸੀ। ਇਹ ਤੁਸੀਂ ਮੰਨਦੇ ਹੋ ਕਿ ਕਿਸਾਨ ਮੰਗਦੇ ਸੀਗੇ ਇੱਕ ਰਿਫਾਰਮੇਸ਼ਨ ਲੋੜ ਹੈਗੀ ਹੈ। ਸਰਕਾਰ ਕਹਿੰਦੀ ਹੈ ਕਿ ਜਿਹੜੀ ਇਹ ਕਿਸਾਨਾਂ ਦੀ ਮੰਗ ਸੀਗੀ ਅਸੀਂ ਉਹਦੇ ਵਾਸਤੇ ਹੀ ਉਹਨੂੰ ਹੀ ਐਡਮਿਟ ਕਰਕੇ ਜਿਹੜਾ ਹੈਗਾ ਨਾ ਇਹ ਨਵੇਂ ਲਾਜ਼ ਲਿਆ ਰਹੇ ਹਾਂ। ਪਰ ਕਿਸਾਨ ਕਹਿੰਦਾ ਕਿ ਇਹ ਜਿਹੜੀ ਰਿਫਾਰਮੇਸ਼ਨ ਹੈ ਇਹਦੇ ਨਾਲ ਸਾਡੇ ਹਾਲਾਤ ਵੱਧ ਤੋਂ ਬੱਤਰ ਹੋ ਜਾਣਗੇ, ਜੋ ਪਹਿਲੇ ਹੈ ਇਸ ਤੋਂ ਵੀ ਜ਼ਿਆਦਾ ਅਸੀਂ ਮਰ ਜਾਵਾਂਗੇ। ਤੁਹਾਨੂੰ ਕੀ ਲੱਗਦਾ ਕਿ ਇੱਕ ਰਿਫਾਰਮੇਸ਼ਨ ਦੀ ਲੋੜ ਹੈ ਸੀ? ਜੀ ਉਹ ਰਿਫਾਰਮੇਸ਼ਨ ਦੀ ਲੋੜ ਹੈ ਸੀ ਤੇ ਇਹ ਰਿਫਾਰਮੇਸ਼ਨ ਕਿਉਂ ਨਹੀਂ ਹੋ ਸਕਦੀ? ਜਾਂ ਜੇ ਮੰਨ ਲਓ ਇਹ ਰੱਦ ਹੋ ਜਾਂਦੇ ਆ ਤੇ ਕੀ ਕੋਈ ਹੋਰ ਅਗਲੀ ਇੱਕ ਰਿਫਾਰਮੇਸ਼ਨ ਦੀ ਲੋੜ ਹੈ? ਦੇਖੋ ਇਹ ਤਾਂ ਜਿਹੜੇ ਕਾਨੂੰਨ ਹੈਗੇ ਇਹ ਤਾਂ ਕਿਸਾਨੀ ਦਾ ਡੈਥ ਵਾਰੰਟ ਹੈ। ਠੀਕ ਹੈ। ਇਹਦੇ ਨਾਲ ਸਭ ਤਹਿਸ ਨਹਿਸ ਹੋ ਜਾਏਗਾ। ਜਿਹੜੇ ਪਹਿਲੇ ਕਾਨੂੰਨ ਸਟੇਟਸ ਦੇ ਬਣੇ ਹੋਏ ਆ ਉਹ ਰਿਫਾਰਮੇਸ਼ਨ ਲਈ ਬਣੇ ਸੀ। ਵਿਦ ਪੈਸੇਜ ਆਫ ਟਾਈਮ ਉਹਨਾਂ ਦੇ ਵਿੱਚ ਕਈ ਖਾਮੀਆਂ ਆ ਗਈਆਂ। ਮੈਂ ਕਿਸੇ ਆਗੂ ਦਾ ਸੁਣ ਰਹੀ ਸੀ, ਉਹਨਾਂ ਨੇ ਬੜਾ ਅੱਛਾ ਐਗਜ਼ਾਮਪਲ ਦਿੱਤਾ ਸੀ ਕਿ ਉਹ ਇੱਕ ਛੱਤ ਵਾਂਗੂ ਸੀ, ਉਹ ਛੱਤ ਜਿਹੜੀ ਕਿਤੋਂ ਕਿਤੋਂ ਉਧੜੀ ਹੋਈ ਹੈ ਤੇ ਉਹਨੂੰ ਰਿਪੇਅਰ ਕਰਨ ਦੀ ਲੋੜ ਸੀ। ਠੀਕ ਹੈ ਨਾ। ਔਰ ਉਹਨਾਂ ਵਿੱਚ ਵੀ ਜੇ ਰਿਫਾਰਮਸ ਹੋਣੇ ਸੀਗੇ ਤਾਂ ਸਟੇਟ ਗਵਰਨਮੈਂਟਸ ਨੇ ਕਰਨੇ ਸੀਗੇ। ਠੀਕ ਹੈ। ਇਹਨਾਂ ਦੇ ਕੋਲ ਤਾਂ ਕੋਈ ਜੁਰਿਸਡਿਕਸ਼ਨ ਹੀ ਨਹੀਂ ਹੈ, ਇਹਨਾਂ ਦੇ ਕੋਲ ਤਾਂ ਕੋਈ ਰਾਈਟ ਹੀ ਨਹੀਂ ਹੈ ਉਹਦੇ ਵਿੱਚ ਰਿਫਾਰਮ ਕਰਨ ਦਾ ਵੀ। ਇੱਕ ਹੋਰ ਇਹ ਬੜਾ ਰੌਲਾ ਪਾਉਂਦੇ ਆ ਕਿ ਅਸੀਂ ਤਾਂ APMC ਮੰਡੀ ਜਿਹੜੀ ਉਹ ਤੋੜੀ ਨਹੀਂ। ਇਹ ਤੋੜ ਸਕਦੇ ਹੀ ਨਹੀਂ ਕਿਉਂਕਿ ਉਹ ਤਾਂ ਸਟੇਟ ਨੇ ਬਣਾਈ ਹੋਈ ਹੈ। ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਹੈਗੀ ਉੱਥੇ ਉੱਥੇ ਇਹਨਾਂ ਨੇ ਉਡਾਤੀਆਂ। ਠੀਕ ਹੈ ਨਾ। ਉਹ ਤਾਂ ਤੋੜ ਸਕਦੇ ਹੀ ਨਹੀਂ ਹੈ। ਕਿਹੜੀ ਧਾਰਾ ਦੇ ਅਧੀਨ ਤੋੜਨਗੇ ਇਹ? ਔਰ ਇਹ ਸਾਨੂੰ ਆ ਕੇ ਦੱਸਣ ਤਾਂ ਸਹੀ, ਸਾਡੇ ਨਾਲ ਬੈਠਣ, ਸਾਡੇ ਨਾਲ ਗੱਲ ਕਰਨ, ਆ ਕੇ ਸਾਨੂੰ ਦੱਸਣ ਤਾਂ ਸਹੀ ਕਿ ਕਿਹੜੀ ਕਾਨੂੰਨ ਦੀ ਉਹ ਧਾਰਾ ਹੈ ਜਿਹਦੇ ਵਿੱਚ ਕਨਸਟੀਟਿਊਸ਼ਨ ਨੂੰ ਪਾਸੇ ਰੱਖਿਆ ਜਾ ਸਕਦਾ। ਜਿਹੜਾ ਕਨਸਟੀਟਿਊਸ਼ਨ ਹੈ, ਜਿਹੜਾ ਸੰਵਿਧਾਨ ਹੈ ਭਾਰਤ ਦਾ, ਉਹ ਸਭ ਤੋਂ ਸਰਵੋੱਚ ਕਾਨੂੰਨ ਉਹ ਹੈ। ਜੋ ਕੁਝ ਵੀ ਭਾਰਤ ਦੀ ਸਟੇਟ ਨੂੰ ਚਲਾਉਣ ਦੇ ਲਈ ਹੁੰਦਾ ਹੈ ਐਜ਼ ਪਰ ਇੰਡੀਅਨ ਕਨਸਟੀਟਿਊਸ਼ਨ ਹੁੰਦਾ ਹੈ। ਇਹਨਾਂ ਨੇ ਉਹਨੂੰ ਚੱਕ ਕੇ ਕੂੜੇਦਾਨ 'ਚ ਪਾਤਾ। ਸਾਡੇ ਇੰਨੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਆ, ਸਾਡੇ ਬਜ਼ੁਰਗਾਂ ਨੇ, ਸਾਡੇ ਗੁਰੂਆਂ ਨੇ ਇਸ ਮੁਲਕ ਦੇ ਪਿੱਛੇ, ਤੇ ਹੁਣ ਅਸੀਂ ਫਿਰ ਇਦਾਂ ਆਪਣੀ ਆਜ਼ਾਦੀ ਨੂੰ ਕਿੱਦਾਂ ਜਾਣ ਦਈਏ? ਜੇ ਆਪਣਾ ਗੱਲ ਕਰਦੇ ਆ ਨਾ, ਗਵਰਨਮੈਂਟ ਕਹਿੰਦੀ ਹੈ ਕਿ ਆਪਾਂ ਇਹਦੇ ਵਿੱਚ ਨਾ ਜਿਹੜੇ ਚੇਂਜਸ ਹੈ ਉਹਨਾਂ ਨੂੰ ਅਮੈਂਡ ਕਰ ਦਿੰਦੇ ਆ, ਪਰ ਡੱਬਾ ਹੋਈ ਰਹਿੰਦੇ, ਉਹ ਚੀਜ਼ਾਂ ਨੂੰ ਹਟਾਓ ਨਾ। ਆਪਾਂ ਜਿਹੜਾ ਨਾ ਸੋਧ ਕਰ ਲੈਂਦੇ ਆ, ਪਰ ਰੱਦ ਨਹੀਂ ਕਰ ਸਕਦੇ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸੋਧਾਂ ਹੋ ਰਹੀਆਂ ਜੇ ਕਿਸਾਨਾਂ ਦੇ ਮੁਤਾਬਕ ਹੁੰਦੀ ਹੈ ਤਾਂ ਸਾਨੂੰ ਉਹਨਾਂ ਨੂੰ ਮੰਨਣ ਦੇ ਵਿੱਚ ਗੁਰੇਜ਼ ਕਿਉਂ ਕਰਨਾ ਚਾਹੀਦਾ? ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਆਪਾਂ ਮੰਨ ਕੇ ਅਮੈਂਡਮੈਂਟਸ ਕਰਾ ਕੇ ਆਪਾਂ ਘਰ ਬਹਿ ਜਾਈਏ? ਸਾਨੂੰ ਕੀ ਲੋੜ ਹੈ ਇੰਨੀ ਠੰਡ ਦੇ ਵਿੱਚ? ਜੇ ਸਰਕਾਰ ਐਡਮਿਟ ਕਰ ਰਹੀ ਹੈ ਅਸੀਂ ਜਿੱਦਾਂ ਕਹੋਗੇ ਅਸੀਂ ਚੇਂਜ ਕਰ ਲਾਂਗੇ। ਜੇ ਅਸੀਂ ਅਮੈਂਡਮੈਂਟਸ ਮੰਨ ਲੈਂਦੇ ਆ ਇਹਦਾ ਮਤਲਬ ਅਸੀਂ ਇਹ ਮੰਨ ਲੈਂਦੇ ਆ ਕਿ ਕਾਨੂੰਨ ਬਣਾ ਸਕਦੇ ਸੀ, ਜਦ ਕਿ ਐਜ਼ ਪਰ ਲਾਅ, ਐਜ਼ ਪਰ ਦੀ ਇੰਡੀਅਨ ਕਨਸਟੀਟਿਊਸ਼ਨ ਇਹ ਤਾਂ ਲੈਜਿਸਲੇਟ ਕਰ ਹੀ ਨਹੀਂ ਸਕਦੇ। ਉਹਦੇ ਉੱਤੇ ਅਮੈਂਡਮੈਂਟ ਤਾਂ ਬਹੁਤ ਬਾਅਦ ਦੀ ਸਟੇਜ ਹੈ, ਇਹ ਤਾਂ ਕਾਨੂੰਨ ਬਣਾ ਹੀ ਨਹੀਂ ਸਕਦੇ। ਔਰ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਇਹ ਕਾਨੂੰਨ ਦਾ ਸਟੇਟਸ ਇਹ ਹੈਗਾ ਆ ਕਿ ਇਹਦਾ ਕੋਈ ਅਸਤਿਤਵ ਨਹੀਂ ਆ। ਇਹ ਸਿਰਫ ਡਿਕਲੇਰੇਸ਼ਨ ਹੋਣੀ ਹੈ ਜਿੱਦਣ ਹੋਈ। ਦਿਸ ਇਜ਼ ਵੋਇਡ ਅਬ ਇਨੀਸ਼ੀਓ, ਨਲ ਐਂਡ ਵੋਇਡ ਹੈ, ਇਹ ਹੈ ਹੀ ਨਹੀਂਗਾ। ਹਾਂਜੀ। ਇੱਕ ਦੋ ਸਵਾਲ ਸਿਰਫ ਆਪਾਂ ਫਿਰ ਸਮਾਪਤੀ ਕਰਾਂਗੇ।
ਕਿਸਾਨ ਸਰਕਾਰ ਕਹਿ ਰਹੀ ਹੈ ਕਿ ਵੀ ਮੰਡੀਕਰਨ ਸਿਸਟਮ ਨਹੀਂ ਹਟੇਗਾ, ਉਦਾਂ ਹੀ ਰਹੇਗਾ, ਐਮਐਸਪੀ ਵੀ ਜਾਰੀ ਰਹੇਗੀ। ਕਿਸਾਨ ਆਗੂ ਕਹਿੰਦੇ ਹੈ ਕਿ ਇਹ ਜੀਓ ਦੀ ਸਿਮ ਵਾਂਗੂ ਹੈ, ਮੰਡੀਕਰਨ ਸਿਸਟਮ ਸ਼ੁਰੂ ਚ ਰਹੇਗਾ, 2-3 ਸਾਲ ਤੱਕ ਰਹੇਗਾ, ਪਰ ਹੌਲੀ ਹੌਲੀ ਮੰਡੀਕਰਨ ਸਿਸਟਮ ਬਰਬਾਦ ਹੋ ਜਾਏਗਾ, ਤਹਿਸ ਨਹਿਸ ਹੋ ਸਕਦਾ ਹੈ। ਪੰਜਾਬ ਹਰਿਆਣੇ 'ਚ ਵੱਡੇ ਤੌਰ ਤੇ ਹੈਗਾ। ਕਹਿੰਦੇ ਜੀਓ ਦੀ ਸਿਮ ਵਾਂਗੂ ਹੈ, ਸ਼ੁਰੂ 'ਚ ਫ੍ਰੀ, ਬਾਅਦ 'ਚੋਂ 700-800 ਰੁਪਏ ਦਾ ਰਿਚਾਰਜ ਕਰਾ ਕੇ ਹੁਣ ਵੀ ਚਲਾ ਰਹੇ ਆ ਲੋਕੀ। ਤੁਸੀਂ ਇਸ ਗੱਲ ਤੋਂ ਸਹਿਮਤ? ਮੈਂ ਇੱਥੇ ਥੋੜਾ ਹੋਰ ਐਡ ਕਰਨਾ ਚਾਹੂੰਗੀ, ਸੌਰੀ ਟੂ ਇੰਟਰਰਪਟ ਯੂ। ਇਹ ਕਹਿ ਰਹੇ ਆ ਕਿ ਐਮਐਸਪੀ ਜਿਹੜੀ ਉਹ ਕਿਤੇ ਨਹੀਂ ਜਾਏਗੀ, ਪਰ ਇਹ ਜਿਹੜਾ ਮੇਰੇ ਹੱਥ 'ਚ ਐਕਟ ਫੜਿਆ ਹੋਇਆ ਕੰਟਰੈਕਟ ਵਾਲਾ, ਇਹਦੇ ਵਿੱਚ ਤਾਂ ਇਹ ਲਿਖਿਆ ਆ ਕਿ ਦੋਨੋਂ ਪਾਰਟੀਆਂ ਜਿਹੜੀਆਂ ਆ ਉਹ ਆਪਸ ਦੇ ਵਿੱਚ ਡਿਸਾਈਡ ਕਰੂਗੀਆਂ ਕਿ ਰੇਟ ਕੀ ਹੋਊਗਾ। ਅੱਛਾ ਜੀ, ਐਕਟ ਕਹਿ ਰਹੇ ਆ, ਇਹ ਐਕਟ ਕਹਿ ਰਿਹਾ ਹੈ। ਐਵੇਂ ਫਿਰ ਮੋਦੀ ਸਾਹਿਬ ਨੇ ਕੱਲ ਹਜੇ ਪਰਸੋਂ ਟਵੀਟ ਕਰਕੇ ਕਹਿੰਦੇ ਐਮਐਸਪੀ ਜਾਰੀ ਰਹੇਗੀ। ਮੋਦੀ ਸਾਹਿਬ ਦੇ ਉੱਤੇ ਤਾਂ ਮੈਂ ਨਾ ਹੀ ਕਮੈਂਟ ਕਰਾਂ ਤਾਂ ਠੀਕ ਹੈ। ਇਹ ਮੈਂ ਹੁਣੀ ਸਟੇਜ ਤੋਂ ਵੀ ਵੈਸੇ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਜਦ ਇਹ ਆਪੋਜੀਸ਼ਨ ਦੇ ਵਿੱਚ ਸੀਗੇ, ਇਹ ਜਿਹੜੇ ਵਿਸ਼ੇ ਹੈ ਕਾਨੂੰਨ ਦੇ, ਇਹਨਾਂ ਉੱਤੇ ਕੀ ਇਹ ਬੋਲਦੇ ਹੁੰਦੇ ਸੀ, ਉਹ ਸੱਚ ਹੈ ਜਾਂ ਜੋ ਇਹ ਅੱਜ ਬੋਲ ਰਹੇ ਹੈ ਉਹ ਸੱਚ ਹੈ। ਪਹਿਲੇ ਤਾਂ ਇਹ ਡਿਸਾਈਡ ਕਰਕੇ ਸਾਨੂੰ ਦੱਸ ਦੇਣ, ਠੀਕ ਹੈ। ਔਰ ਦੂਸਰੀ ਗੱਲ ਇਹ ਹੈ ਕਿ ਜੇ ਐਮਐਸਪੀ ਦੀ ਪ੍ਰੋਵੀਜ਼ਨ ਰਹਿਣੀ ਹੈ ਤੇ ਫਿਰ ਉਹ ਕਾਨੂੰਨ 'ਚ ਲਿਖੀ ਕਿਉਂ ਨਹੀਂ ਜਾਂਦੀ, ਲਿਖੀ ਕਿਉਂ ਨਹੀਂ ਹੋਈ ਕਾਨੂੰਨ ਦੇ ਵਿੱਚ। ਉਹ ਤੋਂ ਅਗਲੀ ਗੱਲ, ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਐਮਐਸਪੀ ਲਿਖ ਵੀ ਦਿੱਤੀ, ਠੀਕ ਹੈ, ਔਰ ਜੇ ਸਟੇਟ ਵਾਲੀ ਮੰਡੀ ਹੈਗੀ ਹੈ ਉੱਥੋਂ ਸਰਕਾਰ ਫਸਲ ਚੱਕਦੀ ਨਹੀਂ ਐਮਐਸਪੀ ਤੇ ਵੀ, ਫਿਰ ਕਿਸਾਨ ਕੀ ਕਰੇਗਾ? ਇਹ ਪ੍ਰੋਬਲਮਸ ਹੈਗੀਆਂ। ਔਰ ਬਾਕੀ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਹ ਜਿੱਦਾਂ ਮੈਂ ਉਦੋਂ ਵੀ ਐਗਜ਼ਾਮਪਲ ਦਿੱਤਾ ਸੀਗਾ ਕਿ ਜਿੱਦਾਂ BSNL ਔਰ ਜੀਓ ਦਾ, ਠੀਕ ਹੈ ਨਾ, ਇਹ ਕਹਿੰਦੇ ਹੈ ਕਿ ਅਸੀਂ BSNL ਖਤਮ ਨਹੀਂ ਕੀਤਾ, ਠੀਕ ਹੈ ਨਾ, ਪਰ ਉਹਨਾਂ ਦੇ ਟਾਵਰਸ ਤੋਂ ਅੱਜ ਵੀ ਜੀਓ ਚੱਲ ਰਿਹਾ ਹੈ। ਹਾਂਜੀ ਹਾਂਜੀ ਹਾਂਜੀ, ਉਹਨਾਂ ਦੇ ਅੱਜ ਵੀ 4G ਨਹੀਂ ਹੈ BSNL ਕੋ, ਇਹਨਾਂ ਨੂੰ 5G ਮਿਲਣ ਵਾਲਾ ਹੈ, ਠੀਕ ਹੈ। ਤੁਸੀਂ ਇਹਦੀ 에ਅਰ ਇੰਡੀਆ ਨੂੰ ਲੈ ਲਓ, ਯੂ ਨੇਮ ਅ ਥਿੰਗ, ਠੀਕ ਹੈ ਨਾ। ਇਹ ਇਸ ਤਰੀਕੇ ਦੇ ਨਾਲ ਸਭ ਕੁਝ ਵੇਚਣ ਤੇ ਆਏ ਹੋਏ ਆ। ਔਰ ਇੱਕ ਖਬਰ ਹੈਗੀ ਹੈ ਮੈਡਮ ਜੀ, ਆਪਾਂ ਆਪਣੇ ਵਿਊਅਰਸ ਨੂੰ ਵੀ ਦਿਖਾਵਾਂਗੇ। ਇਹ ਖਬਰ ਤੁਸੀਂ ਦੇਖ ਸਕਦੇ ਹੋ, ਮੈਂ ਕਿਸੇ ਅਖਬਾਰ ਦੇ ਵਿੱਚੋਂ ਮੈਂ ਪੜ੍ਹੀ ਆ, ਦੇ ਵਿੱਚ ਲਿਖਿਆ ਕਿ 65,000 ਟਾਵਰ ਰਿਲਾਇੰਸ ਕੋ ਸੌਂਪਣੇ की तैयारी, ਔਰ BSNL ਦਾ ਇਹਦੇ ਵਿੱਚ ਲੋਗੋ ਲੱਗਾ, ਔਰ ਭੋਪਾਲ ਦੀ ਇਹ ਖਬਰ ਹੈਗੀ ਆ ਜੀ। ਤੇ ਤੁਸੀਂ ਮੇਰੀ ਗੱਲ ਹੈ ਜਿਹੜੀ ਗੱਲ ਕਹਿ ਰਹੇ ਸੀ ਸ਼ਾਇਦ ਇਹਦੇ ਨਾਲ ਟੁੱਕਦੀ ਹੈ, ਮੈਂ ਚਾਹਾਂਗਾ ਜਾਰੀ ਰੱਖੋ ਇਹ ਗੱਲ। ਜੀ ਬਿਲਕੁਲ ਬਿਲਕੁਲ, ਇਹ ਇਦਾਂ ਹੀ ਹੋਏਗਾ। ਦੇਖੋ ਜਿਹੜਾ ਪ੍ਰਾਈਵੇਟ ਇੰਡਸਟਰੀ ਹੁੰਦੀ ਹੈ ਨਾ, ਉਹਨਾਂ ਦੇ ਕੋਲ ਤਾਂ ਆਪਣਾ ਇੱਕ ਬਜਟ ਹੁੰਦਾ ਹੈ ਕਿ ਆਪਣੇ ਕੰਪੀਟੀਟਰ ਨੂੰ ਅਸੀਂ ਫੇਲ ਕਰਨਾ ਹੈ ਪਹਿਲੇ। ਇੱਥੇ ਤਾਂ ਉਹਨਾਂ ਨੂੰ ਬਜਟ ਦੀ ਵੀ ਲੋੜ ਨਹੀਂ, ਸਰਕਾਰ ਉਹਨਾਂ ਦੇ ਉਹਦੇ ਹੀ ਨਾਲ ਰਲੀ ਹੋਈ ਹੈ, ਠੀਕ ਹੈ ਨਾ। BSNL ਪੂਰਾ ਸਪੋਰਟ ਕਰ ਰਹੀ ਹੈ ਜੀ। BSNL ਦੇਖੋ, BSNL ਵਾਲਿਆਂ ਨੂੰ ਤਾਂ ਚਾਹੀਦਾ ਆ ਜਿਹੜੇ ਉਹਨਾਂ ਦੇ ਕਰਮੀ ਹੈਗੇ ਸਾਡੇ ਨਾਲ ਆ ਕੇ ਇੱਥੇ ਸਾਡਾ ਸਾਥ ਦੇਣ, ਅਸੀਂ ਉਹਨਾਂ ਦਾ ਸਾਥ ਦਈਏ। ਉਹ ਤਾਂ ਰੋਂਦੇ ਆ ਵਿਚਾਰੇ। ਇਹ ਜਿਹੜੀ ਸਰਕਾਰ ਹੈ, ਇਹ ਜਿਹੜਾ ਸਰਕਾਰੀ ਢਾਂਚਾ ਹੈਗਾ, ਤੰਤਰ ਹੈਗਾ ਆ, ਉਹਨੂੰ ਠੱਪ ਕਰਕੇ ਇਹ ਜਿਹੜੇ ਅੰਬਾਨੀ ਅਡਾਨੀ ਆ, ਇੱਦਾਂ ਦੇ ਹੋਰ ਹੈਗੇ ਆ, ਇਹਨਾਂ ਦੇ ਹੱਥ ਵਿੱਚ ਮੁਲਕ ਨੂੰ ਫੜਾ ਦੇਣਾ ਚਾਹੁੰਦੀ ਹੈ। ਔਰ ਇਹ ਜਿਹੜਾ ਸਾਨੂੰ ਸ਼ਿਕਵਾ ਹੁੰਦਾ ਆ ਮੋਦੀ ਜੀ ਦੇ ਨਾਲ ਜਾਂ BJP ਦੇ ਨਾਲ, ਇਹਨਾਂ ਦਾ ਕੋਈ ਬਹੁਤਾ ਕਸੂਰ ਨਹੀਂ ਹੈਗਾ, ਇਹ ਉਹਨਾਂ ਦੇ ਹੱਥਾਂ ਵਿਕੇ ਹੋਏ ਉਹਨਾਂ ਦੇ ਟੱਟੂ ਹੈ। ਇਹ ਨਹੀਂ ਹੋਊਗੇ ਤਾਂ ਕੱਲ ਨੂੰ ਕੋਈ ਹੋਰ ਆ ਜਾਊਗੇ। ਤੇ ਜਿਹੜੀ ਸਾਡੀ ਅਸਲ ਲੜਾਈ ਹੈ ਉਹ ਸਰਮਾਏਦਾਰ ਦੇ ਨਾਲ ਹੈ। ਇਹ ਗੱਲ ਸਾਡੇ ਆਵਾਮ ਨੂੰ ਸਮਝਣ ਦੀ ਲੋੜ ਹੈ। ਆਖਰੀ ਸਵਾਲ ਹੈ, ਜਿਸ ਤਰੀਕੇ ਤੁਸੀਂ ਵੀ ਇੱਕ ਸਮੇਂ ਤੇ ਸਿਸਟਮ ਦੇ ਖਿਲਾਫ ਆਵਾਜ਼ ਚੁੱਕੀ, ਆਪਣਾ ਰੈਜ਼ਿਗਨੇਸ਼ਨ ਤੁਸੀਂ ਦੇ ਕੇ ਆ ਗਏ ਜਦ ਤੁਹਾਡੇ ਨਾਲ ਕੋਈ ਜ਼ਿਆਦਤੀ ਹੋਈ ਤਾਂ, ਪਰ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਸਿਸਟਮ ਦੇ ਖਿਲਾਫ ਜੇ ਆਵਾਜ਼ ਚੁੱਕਦਾ ਹੈ ਤਾਂ ਸੋਸ਼ਲ ਮੀਡੀਆ ਭਰਿਆ ਪਿਆ, IT ਸੈੱਲ ਦਬਾ ਕੇ ਮਿਹਨਤ ਕਰ ਰਿਹਾ ਪਿਆ ਇਹਨਾਂ ਦਾ ਕਿ ਵੀ ਇਹ ਜੀ ਐਂਟੀ ਨੈਸ਼ਨਲਿਸਟ ਨੇ, ਇਹ ਜੀ ਇੱਥੇ ਬਾਹਰੋਂ ਫੰਡਿੰਗ ਹੋ ਰਹੀ ਹੈ, ਪਾਕਿਸਤਾਨ ਤੋਂ ਹੋ ਰਹੀ ਹੈ, ਚਾਈਨਾ ਤੋਂ ਹੋ ਰਹੀ ਹੈ, ਪਤਾ ਨਹੀਂ ਇਹ ਪੀਜ਼ੇ ਕਿੱਦਾਂ ਖਾ ਰਹੇ ਨੇ, ਮਸਾਜਾਂ ਕਰਾਣੇ ਨੇ, ਇੱਥੇ ਪਿਕਨਿਕ ਤੇ ਆਏ ਹੋਏ ਨੇ, ਇਹਨਾਂ ਦਾ ਘਰ ਜਾਣ ਦਾ ਜੀ ਨਹੀਂ ਕਰਦਾ। ਮਤਲਬ ਜਿਸ ਤਰੀਕੇ ਦਬਾ ਕੇ ਪੂਰੀ ਜਿਹੜੀ ਹੈ ਨਾ ਲੱਗੀ ਹੋਈ ਹੈ ਇਹਨਾਂ ਦੀ ਟੀਮ ਕਿ ਕਿਸੇ ਦੇ ਤਰੀਕੇ ਨਾਲ ਨਾ ਇਹਨੂੰ ਟਾਰਪੀਡੋ ਕਰਦੀ ਹੈ ਪੂਰੇ ਮੂਵਮੈਂਟ ਨੂੰ, ਉਹਨਾਂ ਲੋਕਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਆਖਰੀ ਗੱਲ, ਦੇਖੋ ਆਪਾਂ ਆਪਣਾ ਇਤਿਹਾਸ ਫੋਲ ਲਈਏ ਜਾਂ ਮਿਥਿਹਾਸ ਦੇਖ ਲਈਏ, ਅਸੀਂ ਇਸ ਗੱਲ 'ਚ ਨਹੀਂ ਜਾਂਦੇ ਕਿ ਉਹ ਮਿਥਿਹਾਸ ਹੈ ਜਾਂ ਅਸਲ 'ਚ ਹੈ। ਔਰ ਜੇ ਅਸੀਂ ਆਪਣਾ ਇਤਿਹਾਸ ਵੀ ਦੇਖੀਏ ਤੇ ਅੱਜ ਤੱਕ ਰਾਖਸ਼ਾਂ ਦੀਆਂ ਤੇ ਦੇਵਤਿਆਂ ਦੀਆਂ ਲੜਾਈਆਂ ਹੁੰਦੀਆਂ ਹੀ ਆਈਆਂ, ਠੀਕ ਹੈ ਨਾ। ਹੁਣ ਤੁਸੀਂ ਆਪ ਹੀ ਧਿਆਨ ਦੇ ਲਓ, ਇੱਥੇ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ, ਠੀਕ ਹੈ ਨਾ, ਜੋ ਦੇਵਤਿਆਂ ਦੀ ਵਰਿੱਤੀ ਹੁੰਦੀ ਹੈ, ਠੀਕ ਹੈ ਨਾ, ਉਹ 20 ਕਿਲੋਮੀਟਰ ਪਿੱਛੇ ਤੱਕ ਲੋਕਾਂ, ਮਤਲਬ ਇੱਥੇ ਕਿਸੇ ਨੂੰ ਕੋਈ ਰੁਪਈਆ ਲੈ ਕੇ ਆਉਣ ਦੀ ਲੋੜ ਨਹੀਂ ਹੈ, ਕੋਈ ਇੱਥੇ ਭੁੱਖਾ ਨਹੀਂ ਮਰ ਸਕਦਾ, ਕੋਈ ਪਿਆਸਾ ਨਹੀਂ, ਕਿਸੇ ਨੂੰ ਕੋਈ ਰਹਿਣ ਦੀ ਚਿੰਤਾ ਨਹੀਂ, ਠੀਕ ਹੈ ਨਾ। ਔਰ ਦੂਜੇ ਧਿਰ ਜਿਹੜੀ ਆ ਬਿਲਕੁਲ ਜੋ ਰਾਖਸ਼ੀ ਪ੍ਰਵਿਰਤੀਆਂ ਹੁੰਦੀਆਂ, ਠੀਕ ਹੈ ਨਾ, ਉਹ ਨਿਭਾ ਰਹੇ ਆ। ਔਰ ਇਤਿਹਾਸ ਮਿਥਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ ਦੇਵਤਿਆਂ ਔਰ ਰਾਖਸ਼ਾਂ 'ਚ ਲੜਾਈ ਹੋਈ ਹੈ, ਜਿਹੜੀ ਜਿੱਤ ਹੈ ਉਹ ਦੇਵਤਿਆਂ ਦੀ ਹੀ ਹੋਈ ਹੈ ਔਰ ਦੇਵਤਿਆਂ ਦੀ ਹੀ ਹੋਣੀ ਹੈ। ਔਰ ਇਹ ਲੋਕ ਜਿਹੜੇ ਹੈਗੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਦੇਖ ਲਓਗੇ, ਆਪਣੀ ਅੱਖੀਂ ਵੀ ਦੇਖ ਲਓਗੇ। ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਐਡਵੋਕੇਟ ਕਰੁਣਾਜੀਤ ਕੌਰ ਸਾਡੇ ਨਾਲ ਮੌਜੂਦ ਸੀਗੇ। ਮੈਡਮ ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਇੰਨਾ ਸਮਾਂ ਦਿੱਤਾ ਔਰ ਜੋ ਬੜਾ ਐਕਸਪਲੇਨ ਕਰਕੇ ਇਹਨਾਂ ਨੇ ਆਪਣੀ ਗੱਲ ਰੱਖੀ। ਔਰ ਐਡਵੋਕੇਟ ਨੇ
ਔਰ ਲਾਜ਼ ਨੂੰ ਪੜ੍ਹ ਕੇ ਇਹਨਾਂ ਨੇ ਆਪਣੀ ਗੱਲ ਜੋ ਸੁਣਾਈ। ਇਸੇ ਤਰੀਕੇ ਤੁਹਾਨੂੰ ਅਪਡੇਟ ਕਰਦੇ ਰਵਾਂਗਾ ਕਿਸਾਨ ਅੰਦੋਲਨ ਤੋਂ। ਵੇਖਦੇ ਰਹੋ ਅਕਾਲ ਚੈਨਲ।